ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਅੱਜ ਇੱਕ ਨਵੇਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਇਆ ਮੈਂ ਤੇ ਰਵਿੰਦਰ ਸਿੰਘ ਜੀ। ਤੇ ਅੱਜ ਦੀ ਇਸ ਵਿਚਾਰ ਚਰਚਾ ਦਾ ਵਿਸ਼ਾ ਜਿਹੜਾ ਉਹ ਦਿਮਾਗ ਦੇ ਨਾਲ ਹੈ, ਕਿਤੇ ਨਾ ਕਿਤੇ ਅਜਿਹੀਆਂ ਚੀਜ਼ਾਂ ਦੇ ਨਾਲ ਹੈ ਜਿਹੜੀ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਬੜੀ ਡੂੰਘੀ ਹੋ ਕੇ ਸ਼ਾਮਲ ਹੈ। ਅਸੀਂ ਗੱਲ ਕਰ ਰਹੇ ਹਾਂ ਦਿਮਾਗ ਦੇ ਨੁਕਸਾਨ ਦੀ। ਹਰ ਸ਼ਖਸ ਦੇ ਦਿਮਾਗ ਦੇ ਵਿੱਚ, ਰਵਿੰਦਰ ਸਿੰਘ ਜੀ ਦਾ ਦਾਅਵਾ ਕਿ ਹਰ ਸ਼ਖਸ ਦੇ ਦਿਮਾਗ 'ਚ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਨੁਕਸਾਨ ਹੋਇਆ ਹੋਇਆ ਹੈ। ਤੇ ਉਹਦੇ ਪਿੱਛੇ ਦੇ ਕਾਰਨ ਕੀ ਨੇ? ਕਿਵੇਂ ਅਸੀਂ ਉਸਨੂੰ ਪਤਾ ਲਗਾ ਸਕਦੇ ਹਾਂ ਵੀ ਕਿਤੇ ਤੁਹਾਡਾ ਦਿਮਾਗ ਡੈਮੇਜ ਤਾਂ ਨਹੀਂ ਹੈਗਾ? ਕਿੰਨਾ ਡੈਮੇਜ ਹੈਗਾ? ਇਹ ਸਾਰੀਆਂ ਚੀਜ਼ਾਂ ਅੱਜ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ। ਤੇ ਫਿਊਚਰ ਦੇ ਵਿੱਚ ਦਿਮਾਗ ਨੂੰ ਜਿਹੜਾ ਨੁਕਸਾਨ ਹੁੰਦਾ ਹੈ, ਉਹਦੇ ਨਾਲ ਅੱਗੇ ਜਾ ਕੇ ਕਿਹੜੀਆਂ-ਕਿਹੜੀਆਂ ਕੰਪਲਿਕੇਸ਼ਨਸ, ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਨੇ, ਅੱਜ ਆਪਾਂ ਰਵਿੰਦਰ ਸਿੰਘ ਜੀ ਤੋਂ ਜਾਣਦੇ ਹਾਂ। ਰਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਰਵਿੰਦਰ ਸਿੰਘ ਜੀ, ਦਿਮਾਗ ਨੂੰ ਨੁਕਸਾਨ ਹੁੰਦਾ ਹੈ, ਇਹ ਇੱਕ ਆਪਣੇ ਆਪ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈ, ਕਿਉਂਕਿ ਹਰ ਜਿਹੜਾ ਸ਼ਖਸ ਹੈ ਉਹ ਤੁਰਿਆ ਤਾਂ ਠੀਕ ਹੀ ਤੁਰਿਆ ਫਿਰਦਾ ਬਿਲਕੁਲ, ਪਰ ਤੁਸੀਂ ਕਹਿੰਦੇ ਹੋ ਵੀ ਕਿਤੇ ਨਾ ਕਿਤੇ ਥੋੜਾ ਬਹੁਤ ਨੁਕਸਾਨ ਸਾਰਿਆਂ ਦੇ ਵਿੱਚ ਹੁੰਦਾ ਹੈ। ਜੀ, ਤੇ ਉਹ ਨੁਕਸਾਨ ਆਪਣੇ ਜੇਕਰ ਬਹੁਤ ਆਪਾਂ ਨੂੰ ਜ਼ਿਆਦਾ ਸਮਾਂ ਰਹਿੰਦਿਆਂ ਜੇ ਆਪਾਂ ਉਹਨੂੰ ਨਾ ਪੜਿਆ ਗਿਆ ਤੇ ਉਹ ਅੱਗੇ ਜਾ ਕੇ ਵੱਡੀਆਂ ਕੰਪਲਿਕੇਸ਼ਨਸ ਖੜੀਆਂ ਕਰਦਾ ਹੈ। ਜੀ। ਕਿੱਥੋਂ ਸ਼ੁਰੂ ਕਰੋਗੇ? ਸਾਇੰਸ ਤੋਂ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਬੰਦੇ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹਨੂੰ ਇਹ ਸਾਇੰਸ ਹੈਗੇ ਨੇ, ਕਿੰਨੇ ਸਾਇੰਸ ਨੇ, ਕਿੰਨੀ ਹੱਦ ਤੱਕ ਹੈ, ਜ਼ਿਆਦਾ ਨੇ, ਘੱਟ ਨੇ। ਦੇਖੋ, ਇਹ ਹਰ ਇੱਕ ਨੂੰ ਪਤਾ ਹੈ ਕਿ ਦਿਮਾਗ ਡੈਮੇਜ ਹੋਣਾ ਕਿਆ ਹੁੰਦਾ ਹੈ। ਅਲਜ਼ਾਈਮਰਸ, ਪਾਰਕਿੰਸਨਸ, ਹੱਥ ਕੰਬਣ ਲੱਗ ਜਾਂਦੇ ਆ, ਹੋਰ ਕੀ ਅਧਰੰਗ ਹੋ ਜਾਂਦਾ ਹੈ, ਜਾਂ ਫਿਰ ਕੋਈ ਬੋਡੀ ਦਾ ਪਾਰਟ ਕੰਟਰੋਲ 'ਚ ਨਹੀਂ ਹੈ, ਡਿਮੈਂਸ਼ੀਆ। ਹਾਂਜੀ, ਤੇ ਟੋਟਲ ਮੈਮਰੀ ਚਲੀ ਗਈ, ਜਿਹਨੂੰ ਡਿਮੈਂਸ਼ੀਆ ਕਹਿ ਰਹੇ ਆ। ਬੜੇ ਚੱਕਰ ਨੇ, ਮਗਰ ਇਹਦੇ ਕੁਝ ਸਾਇੰਸ ਨੇ। ਹੋਰ ਹੈਗੀ ਹੈ ਕਿ ਇਹਦੇ ਨਾਲ ਹੀ ਦਿਮਾਗ ਦੇ ਨਾਲ ਹੀ ਜਿਹੜੀਆਂ ਨਾੜੀਆਂ ਜੁੜੀਆਂ ਹੁੰਦੀਆਂ ਨੇ ਅੱਖਾਂ ਦੀਆਂ, ਤੇ ਕਿਉਂਕਿ ਅੱਖਾਂ ਦਿਮਾਗ ਦੇ ਪਾਰਟ ਹੈ। ਹਾਂ, ਤੇ ਉਹਨੂੰ ਵੀ ਨੁਕਸਾਨ ਪਹੁੰਚਦਾ ਹੈ। ਬਹੁਤ ਜ਼ਿਆਦਾ ਸਹੀ ਹੈ, ਬਿਲਕੁਲ ਸਹੀ। ਤਾਂ ਇਹ ਲੋਕ ਸਮਝਦੇ ਨੇ ਕਿ ਸਾਇੰਸ ਬਹੁਤ ਸਿੰਪਲ ਨੇ, ਮਗਰ ਉਹ ਕਿੰਨਾ ਕੁ ਬੰਦੇ ਨੂੰ ਕਿੰਨਾ ਘੱਟ ਹੈ ਉਸ ਤੋਂ ਪਤਾ ਲੱਗਦਾ। ਪਹਿਲਾ ਚੀਜ਼, ਲਾਸ ਆਫ ਮੈਮਰੀ। ਵਰਡ ਭੁੱਲ ਜਾਣਾ, ਬੰਦੇ ਦਾ ਨਾਮ ਭੁੱਲ ਜਾਣਾ, ਚਾਬੀਆਂ ਰੱਖ ਕੇ ਭੁੱਲ ਜਾਣਾ, ਫੋਨ ਰੱਖ ਕੇ ਭੁੱਲ ਜਾਣਾ, ਦੁਬਾਰਾ ਕਰਨਾ, ਚੈੱਕ ਕਰਨਾ। ਮੈਂ ਗੇਟ ਬੰਦ ਕਰਿਆ ਸੀ, ਦੁਬਾਰਾ ਚੈੱਕ ਕਰ ਲੈਣਾ, ਹੈ ਨਾ। ਰਾਤ ਨੂੰ ਪਏ ਇੱਕਦਮ ਉਹ ਲੱਗਦਾ ਕਿ ਉਹ ਤਾਂ ਗੱਲ ਹੀ ਭੁੱਲ ਗਿਆ ਸੀ ਮੈਂ। ਦਿਨ 'ਚ ਉਹ ਦਿਮਾਗ 'ਚ ਨਹੀਂ ਯਾਦ ਆਈ। ਬੰਦਾ ਮਿਲਿਆ ਸੀ ਜਿਹੜਾ 2 ਸਾਲ 5 ਸਾਲ ਪਹਿਲਾਂ ਮਿਲਿਆ ਸੀ, ਉਹਦਾ ਨਾਮ ਯਾਦ ਹੈ। ਜਿਹੜਾ ਰੀਸੈਂਟਲੀ ਬੰਦਾ ਮਿਲਿਆ ਉਹਦਾ ਨਾਮ ਗਿਆ। ਉਹਨਾਂ ਬੇਇੱਜ਼ਤੀ ਜੀ ਫੀਲ ਕਰਨਗੇ, ਹੱਥ ਮਿਲਾ ਲੈਣਗੇ, ਹੋਰ ਜੀ ਕਿਵੇਂ, ਸਭ ਕੁਝ ਤੇ ਨਾਲ ਸੋਚੀ ਜਾਣਗੇ ਕੀ ਨਾਮ ਸੀ, ਕੀ ਨਾ ਸੀ, ਕੀ ਨਾ ਸੀ, ਕੀ ਨਾ ਸੀ। ਅੰਦਰ ਚੱਲ ਰਿਹਾ ਜ਼ੋਰ ਕੇ ਦੇਖਿਆ ਬੰਦਾ। ਫਿਰ ਬੇਇੱਜ਼ਤੀ ਫੀਲ ਕਰਦੇ ਨੇ, ਕਹਿੰਦੇ ਵੀ ਨਹੀਂ ਕਿ ਮਹਾਰਾਜ ਕੀ ਨਾਮ ਹੈ ਤੁਹਾਡਾ। ਇਹ ਲਾਸ ਆਫ ਮੈਮਰੀ ਕਹਿੰਦੇ ਇਹਨੂੰ ਅਸੀਂ, ਸ਼ਾਰਟ ਟਰਮ ਮੈਮਰੀ ਲਾਸ। ਇਹ ਕਿੰਨਾ ਹੋ ਗਿਆ ਬੰਦੇ ਨੂੰ, ਉਸ ਚੀਜ਼ ਤੋਂ ਡਿਟਰਮਿਨ ਹੁੰਦਾ ਕਿੰਨੀ ਡੈਮੇਜ ਹੈ। ਦੂਜਾ ਸਾਈਨ, ਲਾਸ ਆਫ ਕਲੈਰਿਟੀ। ਉਹਨਾਂ ਨੂੰ ਐਂ ਲੱਗਦਾ ਕਿ ਕਲੀਅਰ ਨਹੀਂ ਰਿਹਾ, ਜਿਹਨੂੰ ਬ੍ਰੇਨ ਫੌਗ ਕਹਿੰਦੇ ਆ, ਕਿ ਉਹਨਾਂ ਨੂੰ ਐਂ ਲੱਗਦਾ ਕਿ ਜਿਵੇਂ ਇੱਕ ਧੁੰਦ ਹੈ ਸਿਰ ਦੇ ਆਲੇ ਦੁਆਲੇ, ਉਹ ਧੁੰਦ ਦੇ ਵਿੱਚੋਂ ਦੁਨੀਆ ਦੇਖ ਰਹੇ ਆ। ਉਹਨਾਂ ਨੂੰ ਰੰਗ ਵੀ ਜ਼ਿਆਦਾ ਕਲੀਅਰ ਨਹੀਂ ਦਿਖਦੇ। ਦੇਖੋ, ਹੁਣ ਉਹੀ ਗੱਲ ਹੈ, ਇਹ ਜਦ ਤੁਸੀਂ ਰਿਕਾਰਡ ਨਹੀਂ ਕਰ ਪਾਏ ਤਾਂ ਰੀਕਾਲ ਨਹੀਂ ਕਰ ਪਾਓਗੇ। ਹੁਣ ਰਿਕਾਰਡਿੰਗ ਇਹ ਸਹੀ ਨਹੀਂ ਹੋਈ ਤਾਂ ਉਹਨਾਂ ਨੂੰ ਕਲੈਰਿਟੀ ਨਹੀਂ ਰਹਿੰਦੀ। ਉਹਨਾਂ ਨੂੰ ਐਂ ਲੱਗਦਾ ਇੱਕ ਬ੍ਰੇਨ ਫੌਗ ਹੈ, ਇੱਕ ਧੁੰਦ ਦਾ ਬੱਦਲ ਉਹਨਾਂ ਦੇ ਸਿਰ ਦੇ ਆਲੇ ਦੁਆਲੇ ਲੱਗਿਆ ਹੋਇਆ। ਉਹ ਫਿਰ ਚਾਹ ਪੀ ਕੇ ਨਾ, ਕਾਫੀ ਪੀ ਕੇ ਕਹਿਣਗੇ ਹਾਂ ਸੁੱਤ ਆ ਗਈ। ਇਹ ਸਾਈਨ ਹੈ ਇਹ ਕਿ ਬ੍ਰੇਨ ਡੈਮੇਜ ਹੋਇਆ ਹੋਇਆ, ਕਿਉਂਕਿ ਉਹਨੂੰ ਕਲੈਰਿਟੀ ਨਹੀਂ ਹੈ। ਤੀਜਾ ਸਾਈਨ, ਫੋਕਸ। ਇਹੋ ਜਿਹੇ ਲੋਕ ਫੋਕਸ ਨਹੀਂ ਕਰ ਸਕਦੇ। ਉਹ ਜਿਵੇਂ ਇੱਕ ਚੀਜ਼ ਕਰ ਰਹੇ ਹੋਣਗੇ, ਦੇਖ ਰਹੇ ਹੋਣਗੇ ਬੁੱਕ ਨੂੰ, ਫਿਰ ਕਹਿੰਗੇ ਉਹ ਕਿੱਥੇ ਸੀ ਮੈਂ, ਸੁਰਤ ਨਹੀਂ ਰਹੀ। ਉਹਨਾਂ ਦੀ ਫੋਕਸ ਮਾੜੀ ਹੈ। ਤਾਂ ਹੁਣ ਜਿਵੇਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਉਹ ਗੱਲ ਦੇ ਵਿੱਚ ਖੋ ਜਾਣਗੇ। ਜਿਵੇਂ ਉਹਨਾਂ ਦੀ ਫੋਕਸ ਕਿਸੇ ਵੀ ਟਾਸਕ ਤੇ, ਜਿਵੇਂ ਆਪਾਂ ਕਹਿੰਦੇ ਜ਼ੂਮ ਕਰਕੇ ਪਿੰਨ ਪੁਆਇੰਟ ਤੇ ਨਹੀਂ ਆਉਂਦੀ, ਉਹ ਡਿਸਟਰੈਕਟਿਡ ਨੇ। ਚੌਥੀ ਚੀਜ਼, ਅਟੈਂਸ਼ਨ। ਉਹਨਾਂ ਦੀ ਅਟੈਂਸ਼ਨ, ਇਹ ਵੀ ਫੋਕਸ ਦਾ ਪਾਰਟ ਹੈ ਮਗਰ ਅਲੱਗ ਹੈ। ਉਹ ਅਟੈਂਸ਼ਨ ਨਹੀਂ ਦੇ ਸਕਦੇ ਕਿਸੇ ਚੀਜ਼ ਨੂੰ। ਉਹਨਾਂ ਦੀ ਅਟੈਂਸ਼ਨ ਤਿੱਤਰ ਬਿੱਤਰ ਇੱਕ ਚੀਜ਼ ਤੇ ਖੜ ਨਹੀਂ ਸਕਦੀ। ਹੁਣ ਜਿਵੇਂ ਲੈਟਸ ਸੇ ਕੋਈ ਕੰਮ ਕਰ ਰਹੇ ਨੇ, ਹੁਣ ਇਮੈਜਿਨ ਕਰੋ ਬੰਦਾ ਮਸ਼ੀਨ ਤੇ ਕੰਮ ਕਰ ਰਿਹਾ, ਉਹਦੀ ਅਟੈਂਸ਼ਨ ਦੂਰ ਚਲੀ ਗਈ, ਐਕਸੀਡੈਂਟ ਹੋ ਗਿਆ, ਗਰੰਟੀ ਨਾਲ ਐਕਸੀਡੈਂਟ ਹੋ ਗਿਆ। ਹੁਣ ਜਿਵੇਂ ਕਾਰ ਚਲਾ ਰਹੇ ਹੋ, ਤੁਹਾਡੀ ਅਟੈਂਸ਼ਨ ਕਿੱਥੇ ਹੋਣੀ ਚਾਹੀਦੀ ਹੈ? ਫੋਕਸ ਤੇ ਅਟੈਂਸ਼ਨ, ਇਹ ਦੋ ਅਲੱਗ ਚੀਜ਼ਾਂ ਨੇ ਉਸ ਰੋਡ ਤੇ ਪ੍ਰੈਜ਼ੈਂਟ ਟਾਈਮ 'ਚ। ਇਹੋ ਜਿਹੇ ਬੰਦੇ ਨੂੰ ਇੱਕਦਮ ਕਹਿੰਦਾ ਯਾਰ ਆਹ ਕੀ ਹੋਇਆ, ਕਿੱਥੇ ਸੀ ਮੈਂ। ਐਵੇਂ ਉਹ ਕੋਈ ਕੰਮ ਕਰਦਾ ਉਹਦੀ ਅਟੈਂਸ਼ਨ ਉਸ ਤੋਂ ਜ਼ਿਆਦਾ ਰਹਿੰਦੀ ਹੈ ਨਹੀਂ, ਤਾਂ ਉਹ ਕੰਮ ਡਰੋਪ ਕਰ ਦਿੰਦਾ, ਜਾਂ ਉਹ ਭੁੱਲ ਜਾਂਦਾ ਕਿ ਅੱਛਾ ਖਤਮ ਵੀ ਕਰਨਾ ਸੀ। ਇਹਦਾ ਇੱਕ ਸਿੰਪਲ ਜਿਹਾ ਐਕਸਪੈਰੀਮੈਂਟ ਹੈ ਜਿਹੜਾ ਕੋਈ ਵੀ ਬੰਦਾ ਕਰ ਸਕਦਾ। ਇੱਕ ਆਇਲ ਹੁੰਦਾ MCT ਆਇਲ, ਜਿਹੜਾ ਕੋਕੋਨਟ ਆਇਲ ਦੇ ਵਿੱਚੋਂ ਪਾਇਆ ਜਾਂਦਾ। ਤੁਸੀਂ ਸਿੰਪਲ ਕੋਕੋਨਟ ਆਇਲ ਦੇ ਨਾਲ ਐਕਸਪੈਰੀਮੈਂਟ ਕਰ ਸਕਦੇ ਹੋ, ਜਾਂ ਤੁਸੀਂ ਜਿਵੇਂ ਰਵਿੰਦਰ ਸੈਨ ਦੀ ਦੱਸੀ ਹੋਈ ਡਾਈਟ ਖਾ ਕੇ ਦੇਖ ਸਕਦੇ ਹੋ। ਜੇ ਤੁਹਾਨੂੰ 2 ਤੋਂ 3 ਹਫ਼ਤੇ 'ਚ ਆਹ 4-5 ਬੈਟਰਮੈਂਟਾਂ ਲੱਗੀਆਂ, ਇਹਦਾ ਮਤਲਬ ਤੁਹਾਡਾ ਬ੍ਰੇਨ ਡੈਮੇਜ ਸੀ।
ਉਹ ਕਿਹੜੀ ਬੈਟਰਮੈਂਟ ਲੱਗੀਆਂ? ਕੋਗਨੀਟਿਵ ਫੰਕਸ਼ਨ ਬੈਟਰ। ਕੋਗਨੀਟਿਵ ਹੁੰਦਾ ਕਿ ਜਾਗਰੂਕ, ਐ ਲੱਗਦਾ ਕਿ ਯਾਰ ਮੈਂ ਮੋਰ ਅਵੇਅਰ ਹੈ। ਪਹਿਲਾ ਸ਼ਾਰਪਨੈਸ, ਬੜਾ ਕਲੀਅਰ, ਉਹ ਨਹੀਂ ਹੈ, ਧੁੰਦਾ ਬੱਦਲ ਨਹੀਂ, ਯੂ ਆਰ ਸ਼ਾਰਪ। ਤੀਜਾ ਫੋਕਸ, ਤੁਸੀਂ ਇੱਕ ਚੀਜ਼ ਤੇ ਫੋਕਸ ਕਰ ਸਕਦੇ ਹੋ, ਤੁਹਾਨੂੰ ਐ ਨਹੀਂ ਹੈ ਕਿ ਫੋਕਸ ਕਰਦੇ ਕਰਦੇ ਕਿਤੇ ਹੋਰ ਚਲੇ ਗਏ। ਤੁਹਾਡੀ ਮੈਮਰੀ ਇੰਪਰੂਵ ਹੋ ਗਈ, ਜਾਂ ਤੁਹਾਡਾ ਮੂਡ ਬੈਟਰ ਹੋ ਗਿਆ। 2 ਤੋਂ 3 ਹਫ਼ਤੇ ਕਿਵੇਂ? ਜ਼ੀਰੋ ਕਾਰਬ ਡਾਈਟ ਤੇ ਇੰਟਰਮਿਟੈਂਟ ਫਾਸਟਿੰਗ। ਅਗਰ ਤੁਹਾਨੂੰ ਆ 4-5 ਲੱਛਣ ਤੁਹਾਨੂੰ ਫੀਲ ਹੋਏ, ਇਹਦਾ ਮਤਲਬ ਤੁਹਾਡਾ ਬ੍ਰੇਨ ਡੈਮੇਜ ਸੀ। ਮਗਰ ਮੈਂ ਵਰਡ ਯੂਜ਼ ਕਰਿਆ ਸੀ। ਉਹ ਇੰਪਰੂਵ ਹੋਣਾ ਸ਼ੁਰੂ ਹੋ ਗਿਆ ਜਾਂ ਇੰਪਰੂਵ ਹੋ ਗਿਆ। ਹੁਣ ਅਗਰ ਤੁਸੀਂ ਸੋਚ ਲਓ ਕਿ ਰਵਿੰਦਰ ਲੰਬਾ ਕੰਮ ਹੈ, ਕਿਹੜਾ ਕਰੇਗਾ, ਫਿਰ ਤੁਸੀਂ ਕੀ ਕਰਨਾ ਹੈ? ਤੁਸੀਂ ਸਵੇਰੇ 12 ਵਜੇ ਤੱਕ ਜਾਂ 2 ਵਜੇ ਤੱਕ ਕੋਸ਼ਿਸ਼ ਕਰਨੀ ਹੈ, 12 ਜਾਂ 2 ਵਜੇ ਤੱਕ ਕੁਝ ਨਹੀਂ ਖਾਣਾ, ਕੋਈ ਚਾਹ ਨਹੀਂ ਪੀਣੀ, ਕੋਕੋਨਟ ਆਇਲ ਲੈਣਾ 3 ਚਮਚ। ਉਹ 1 ਲੱਖ ਤੇ ਨਹੀਂ ਲੈਣੇ, ਜਿਵੇਂ ਇੱਕ ਵਾਰੀ 7 ਵਜੇ, ਇੱਕ ਵਾਰੀ 9 ਵਜੇ, ਇੱਕ ਵਾਰੀ 11 ਵਜੇ। ਇਹਦੇ ਨਾਲ ਤੁਸੀਂ ਬਾਕੀ ਡਾਈਟ ਡੂਟ ਕੋਈ ਚੱਕਰ ਨਹੀਂ ਹੈ, ਟੈਨਸ਼ਨ ਨਾ ਲਈਓ। ਆਪਣਾ ਕੋਸ਼ਿਸ਼ ਕਰਨੀ ਹੈ 12 ਤੋਂ 2 ਵਜੇ ਤੋਂ ਬਾਅਦ ਕੁਝ ਖਾਣਾ ਸ਼ੁਰੂ ਕਰਨਾ ਹੈ। ਅਗਰ ਇਹ ਕਰਕੇ ਵੀ ਤੁਹਾਨੂੰ 3 ਹਫ਼ਤੇ 'ਚ ਤੁਹਾਡਾ ਕੋਗਨੀਟਿਵ, ਤੁਹਾਨੂੰ ਐ ਲੱਗਿਆ ਕਿ ਤੁਹਾਡੀ ਅਟੈਂਸ਼ਨ ਕੋਗਨੀਟਿਵ, ਜਿਵੇਂ ਤੁਹਾਡੀ ਬੱਲਬ ਜਾਗ ਗਿਆ, ਤੁਹਾਡਾ ਮੂਡ ਬੈਟਰ ਹੋ ਗਿਆ, ਤੁਹਾਡੀ ਫੋਕਸ ਬੈਟਰ ਹੋ ਗਈ, ਤੁਹਾਡਾ ਮੈਮਰੀ ਤੇ ਮੂਡ ਅੱਛਾ ਹੋ ਗਿਆ, ਇਹਦਾ ਮਤਲਬ ਤੁਹਾਡੇ ਕੋਲ ਬ੍ਰੇਨ ਡੈਮੇਜ ਹੈ ਤੇ ਉਹਨੂੰ ਇੰਪਰੂਵ ਕਰਨ ਦੀ ਲੋੜ ਹੈ। ਹੁਣ ਇਹਦੇ ਪਿੱਛੇ ਕਾਰਨ ਕੀ ਹੈ? ਸਭ ਤੋਂ ਪਹਿਲਾਂ ਸਮਝਣਾ, ਹੁਣ ਬ੍ਰੇਨ ਦੇ ਵਿੱਚ ਜਿਹੜਾ ਬ੍ਰੇਨ ਹੈ, ਇਹਦੇ 'ਚ ਸਾਰਾ ਕੀ ਹੈ? ਨਰਵਸ ਸਿਸਟਮ ਹੈ, ਇਹ ਨਰਵਸ ਨੇ। ਉਹ ਨਰਵਸ ਦੇ ਵਿੱਚ ਜਿਹੜੀ ਚੀਜ਼ ਚੱਲਦੀ ਹੈ, ਜਿਹਨੇ ਉਹਨੂੰ ਬਣਾਉਂਦੇ, ਉਹਨੂੰ ਕਹਿੰਦੇ ਨਿਊਰੋਨਸ। ਹੁਣ ਨਿਊਰੋਨ ਨੂੰ ਪੈਟਰੋਲ ਚਾਹੀਦਾ ਚੱਲਣ ਲਈ, ਉਹਦਾ ਫਿਊਲ। ਇਹਨੂੰ 2 ਤਰੀਕੇ ਦੇ ਫਿਊਲ ਮਿਲਦੇ ਨੇ। ਪਹਿਲਾ ਫਿਊਲ ਗਲੂਕੋਸ, ਚੀਨੀ। ਤਾਂ ਹੀ ਲੋਕ ਕਹਿੰਦੇ ਨੇ ਕਿ ਜ਼ੀਰੋ ਸ਼ੂਗਰ ਤਾਂ ਕਰ ਨਹੀਂ ਸਕਦੇ। ਉਹ ਤਾਂ ਹੀ ਕਹਿੰਦੇ ਹੁੰਦੇ ਆ ਕਿ ਬ੍ਰੇਨ ਤੇ ਮਸਲ ਇਹ ਸ਼ੂਗਰ ਸਟੋਰ ਨਹੀਂ ਕਰਦੇ, ਇਹਨਾਂ ਨੂੰ ਬਲੱਡ ਸ਼ੂਗਰ ਚਾਹੀਦੀ ਹੈ, ਜਿਹੜੀ ਕਿ ਕਿੰਨੀ ਸ਼ੂਗਰ ਹੁੰਦੀ ਹੈ? 2 ਟੀਸਪੂਨਸ ਇਨ ਦਾ ਫੁੱਲ ਬੋਡੀ। ਉਹ ਕਾਰਬੋਹਾਈਡਰੇਟਸ ਤੇ ਪ੍ਰੋਟੀਨ, ਸੌਰੀ, ਉਹ ਸਲਾਦ ਤੇ ਪ੍ਰੋਟੀਨ 'ਚ ਹੈਗੀ ਹੈ, ਕੁਦਰਤ ਨੇ ਉਨੀ ਸ਼ੂਗਰ ਪਾ ਕੇ ਦਿੱਤੀ ਹੋਈ ਹੈ। ਹੁਣ ਇਮੈਜਿਨ ਕਰੋ, ਤੁਸੀਂ ਗੱਡੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਮਗਰ ਗੱਡੀ 'ਚ ਤੇਲ ਨਹੀਂ ਹੈਗਾ। ਜਾਂ ਇਮੈਜਿਨ ਕਰੋ ਗੱਡੀ ਦੇ ਡਰਾਈਵਰ 'ਚ ਤੇਲ ਨਹੀਂ ਹੈਗਾ, ਤੁਸੀਂ ਭੁੱਖੇ ਹੋ, 5-7 ਦਿਨ ਤੋਂ ਕੁਝ ਨਹੀਂ ਖਾਇਆ, ਕਾਰ ਚਲਾਉਣ ਦੀ ਕੋਸ਼ਿਸ਼ ਕਰ ਲਓ, ਤੁਹਾਡੀ ਕਾਰ ਕਿਵੇਂ ਚੱਲੂਗੀ? ਹੁਣ ਨਰਵਸ ਦੇ ਵਿੱਚ ਨਿਊਰੋਨ ਹੈ, ਨਿਊਰੋਨ ਦਾ ਇੱਕ ਫਿਊਲ ਹੈ। ਉਹ ਫਿਊਲ ਅਗਰ ਉਹਦੇ ਕੋਲ ਨਹੀਂ ਹੈ, ਤੁਹਾਡਾ ਬ੍ਰੇਨ ਡੈਮੇਜ ਹੋਣਾ ਸ਼ੁਰੂ ਹੋ ਗਿਆ। ਇਹ 2 ਕਾਰਨ ਕਰਕੇ ਹੁੰਦਾ। ਪਹਿਲਾ ਕਾਰਨ ਕੋਈ ਵੀ ਨਹੀਂ ਲੜ ਸਕਦਾ, ਏਜ। 70-75 ਤੋਂ ਬਾਅਦ ਨਾ ਇਹ ਡੈਮੇਜ ਕਾਫੀ ਹੋ ਜਾਂਦੀ ਹੈ। ਫਿਰ ਤੁਹਾਡੀ, ਤਾਂ ਹੀ ਸਿਆਣਾ ਨੂੰ ਆਪਾਂ ਸਿਆਣਾ ਕਹਿੰਦੇ ਸੀ ਕਿ ਸਿਆਣਾ ਹੋ ਗਿਆ। ਉਹ ਇੱਕੋ ਗੱਲ 'ਚ ਫਸ ਜਾਂਦਾ ਜਾਂ ਗੱਲਾਂ ਭੁੱਲਣ ਲੱਗ ਜਾਂਦਾ, ਉਹਦੇ ਨਿਊਰੋਨਸ ਬਹੁਤ ਡੈਮੇਜ ਹੋ ਗਏ। ਮਗਰ ਅੱਜ ਦੇ ਟਾਈਮ 'ਚ 30-30, 25-25 ਸਾਲ ਦੇ ਬੱਚਿਆਂ ਨੂੰ ਪੇਪਰ ਜਾ ਕੇ ਨਾ ਸਭ ਕੁਝ ਪੜ੍ਹ ਕੇ ਗਏ ਘਰੋਂ, ਉੱਥੇ ਜਾ ਕੇ ਬੈਠੇ ਸਲੇਟ ਬਲੈਂਕ, ਜਿਵੇਂ ਆਲਟਰ ਕੰਟਰੋਲ ਡਿਲੀਟ, ਸਾਰੇ ਹੀ ਫੁੱਸ। ਫਿਰ ਉਹ ਕਹਿਣਗੇ ਯਾਰ ਇਹ ਕਿਵੇਂ ਹੋ ਗਿਆ? ਉਹ ਬ੍ਰੇਨ ਡੈਮੇਜ ਹੈ, ਨਿਊਰੋਨਸ ਦੀ ਡੈਮੇਜ ਹੈ, ਉਹਨਾਂ ਨੂੰ ਫਿਊਲ ਨਹੀਂ ਮਿਲਿਆ। ਹੁਣ ਮੈਂ ਉੱਥੇ ਹੀ ਜੋੜੂੰਗਾ ਗੱਲ, ਜਦੋਂ ਤੁਸੀਂ ਖਾਈ ਹਾਈ ਬਲੱਡ ਸ਼ੂਗਰ ਵਾਲੀ ਡਾਈਟ, ਕਾਫੀ ਸ਼ੂਗਰ, ਤੁਹਾਡੀ ਬੋਡੀ 'ਚ ਕੀ ਹੋ ਜਾਏਗਾ? ਇਨਸੂਲਿਨ ਰੈਜ਼ਿਸਟੈਂਸ। ਸੈੱਲ ਬਲੱਡ ਸ਼ੂਗਰ ਤੋਂ ਬਚਣ ਲਈ ਆਪਣੇ ਆਪ ਤੇ ਝਿੱਲੀ ਬਣਾ ਲੇਗਾ। ਹੁਣ ਉਹ ਇਨਸੂਲਿਨ ਰੈਜ਼ਿਸਟੈਂਸ ਸਾਰੇ ਸੈੱਲਾਂ ਤੇ ਹੋ ਗਈ। ਹੁਣ ਨਿਊਰੋਨ ਜਿਹਦਾ ਫੂਡ ਗਲੂਕੋਸ ਹੈ, ਕਿਉਂਕਿ ਖਾਏ ਗਲੂਕੋਸ ਰਿਹਾ ਸੀ, ਉਹਦੇ ਉੱਪਰ ਰੈਜ਼ਿਸਟੈਂਸ ਆ ਗਈ। ਕਰ ਲਓ ਘਿਓ ਨੂੰ ਭਾਂਡਾ, ਉਹਨੂੰ ਫਿਊਲ ਬੋਡੀ 'ਚ ਹੈਗਾ, ਮਗਰ ਉਹਨੂੰ ਮਿਲ ਨਹੀਂ ਰਿਹਾ। ਇਹ ਸਭ ਤੋਂ ਪਹਿਲੀ ਡੈਮੇਜ, ਬ੍ਰੇਨ ਡੈਮੇਜ ਦਾ ਕਾਰਨ ਹੈ ਹਾਈ ਕਾਰਬੋਹਾਈਡਰੇਟ, ਹਾਈ ਸ਼ੂਗਰ ਡਾਈਟ। ਉਹਨੇ ਤੁਹਾਡੀ ਬੋਡੀ 'ਚ ਇੱਕ ਪ੍ਰੋਬਲਮ ਕਰਨੀ ਹੈ, ਇਨਸੂਲਿਨ ਰੈਜ਼ਿਸਟੈਂਸ। ਇਨਸੂਲਿਨ ਰੈਜ਼ਿਸਟੈਂਸ ਹੁੰਦੇ ਸਾਰੇ ਨਰਵਸ ਦੇ ਵਿੱਚ ਜਿਹੜੀ ਚੀਜ਼ ਸਭ ਕਿਤੇ ਫਿਊਲ ਲੈ ਕੇ ਜਾ ਰਹੀ ਹੈ, ਜਿਹੜੀ ਚੀਜ਼ ਕੰਮ ਕਰ ਰਹੀ ਹੈ, ਨਰਵਸ ਦਾ ਮੇਨ ਕੰਮ ਨਿਊਰੋਨਸ ਹੈ। ਉਹ ਨਿਊਰੋਨਸ ਸਟਾਰਵੇਸ਼ਨ 'ਚ ਨੇ, ਉਹ ਭੁੱਖੇ ਬੈਠੇ ਖਾਣੇ ਲਈ। ਮਗਰ ਮੈਂ 2 ਗੱਲਾਂ ਕਹੀਆਂ ਸੀ, ਇਹਦੇ 2 ਫਿਊਲ ਸੋਰਸ ਨੇ। ਅੱਜ ਇੱਕ ਨਵਾਂ ਵਰਡ ਯੂਜ਼ ਕਰਨ ਲੱਗਿਆ, ਤੁਹਾਡੇ ਦਰਸ਼ਕਾਂ ਨੂੰ ਇਹਦਾ ਵਰਡ ਦਾ ਮਤਲਬ ਵੀ ਸਮਝਾਊਂਗਾ ਤੇ ਇਹਦਾ ਪਰਪਸ ਵੀ ਸਮਝਾਊਂਗਾ। ਤੁਹਾਨੇ ਸਭ ਨੇ ਇੱਕ ਵਰਡ ਸੁਣਿਆ ਹੋਊਗਾ, ਕੀਟੋ ਡਾਈਟ। ਉਹ ਹਾਸੇ ਵਾਲੀ ਗੱਲ ਬਣ ਜਾਂਦੀ ਹੈ, ਉਹ ਕਹਿੰਦੇ ਸਾਰੇ ਇੱਕੋ ਬਰਾਬਰ ਕਰੇ ਹੋਏ ਨੇ। ਉਹ ਬੜੀ ਡੇਂਜਰਸ ਡਾਈਟ ਬਣ ਚੁੱਕੀ ਹੈ, ਕਿਉਂਕਿ ਲੋਕੀ ਉਸ 'ਚ ਇੱਕ ਪੂਰਾ ਮੁਰਗਾ ਤੇ ਇੱਕ ਟਿੱਕੀ ਮੱਖਣ ਦੀ ਖਾ ਕੇ ਕਹਿੰਦੇ ਸੀ ਕੀਟੋ ਕਰ ਰਹੇ ਹਾਂ। ਮੈਂ ਕਿਹਾ ਉਦਾਂ ਹੀ ਗਰਦਨ ਵੱਢ ਲਓ, ਉਹ ਡਾਈਟ ਕੀਟੋ ਡਾਈਟ ਨਹੀਂ ਹੈ। ਹੁਣ ਇਹਨੂੰ ਕੀਟੋ ਕਿਉਂ ਕਹਿੰਦੇ ਆ, ਮੈਂ ਤੁਹਾਨੂੰ ਸਮਝਾਊਂਗਾ। ਆਪਣੀ ਬੋਡੀ 'ਚ 2 ਤਰੀਕੇ ਦੇ ਫਿਊਲ ਸੋਰਸ ਨੇ ਮੇਜਰ। ਪਹਿਲਾ ਗਲੂਕੋਸ, ਦੂਜਾ ਕੀਟੋਨਸ। ਜੇ ਕਿਸੇ ਨੂੰ ਪਤਾ ਹੋਵੇ ਤਾਂ ਗੱਲ ਕਰਾਂ। ਉਹ ਉਰੇ ਕੀ ਹੈ, ਉਰੇ ਗੂਗਲ ਤੇ ਜੋ ਪੜ੍ਹ ਲਿਆ ਉਹ ਰੱਬ ਹੈ, ਨਹੀਂ ਜੀ ਨਹੀਂ, ਪਿੱਛੇ ਜਾਓ। ਕੀਟੋਨਸ ਕੀ ਨੇ? ਪਹਿਲਾਂ ਤਾਂ ਇਹ ਸਮਝੋ, ਜਦੋਂ ਬੋਡੀ ਸ਼ੂਗਰ ਨੂੰ ਫਿਊਲ 'ਚ ਕਨਵਰਟ ਕਰਦੀ ਹੈ, ਤਦੋਂ ਉਹ ਗਲੂਕੋਸਿਸ ਨਾਮ ਦੀ ਕੰਡੀਸ਼ਨ ਹੈ। ਜਦੋਂ ਬੋਡੀ ਫੈਟ ਨੂੰ, ਆਇਲ, ਠੰਡਿਆਈ ਨੂੰ ਫਿਊਲ 'ਚ ਕਨਵਰਟ ਕਰਦੀ ਹੈ, ਤਾਂ ਆਪਣੇ ਪਿਸ਼ਾਬ 'ਚ, ਆਪਣੇ ਮੂੰਹ 'ਚੋਂ ਇੱਕ ਚੀਜ਼ ਨਿਕਲਦੀ ਹੈ,
ਕੀਟੋਨਸ ਇਹ ਬਾਏ ਪ੍ਰੋਡਕਟ ਹੈ। ਬਾਏ ਪ੍ਰੋਡਕਟ ਦਾ ਮਤਲਬ ਦੱਸਦਾ ਤੁਸੀਂ ਦੁੱਧ ਰਿੜਕਿਆ ਮੱਖਣ ਕੱਢਣ ਲਈ, ਬਿਲਕੁਲ ਮਗਰ ਤੁਹਾਨੂੰ ਇੱਕ ਬਾਏ ਪ੍ਰੋਡਕਟ ਮਿਲਿਆ ਲੱਸੀ, ਫੈਟ ਬਰਨਿੰਗ એનર્ਜੀ ਬਣਾਉਣ ਲਈ ਹੋਈ ਲਿਵਰ ਦੇ ਵਿੱਚ। ਦੇਖੋ ਗੱਲ ਉੱਥੇ ਲਿਵਰ ਤੇ ਜੁੜ ਗਈ, ਮਗਰ ਉਹਦਾ ਇੱਕ ਬਾਇਓ ਪ੍ਰੋਡਕਟ ਨਿਕਲਦਾ ਕੀਟੋਨਸ। ਹੁਣ ਰਹੇ ਰੱਬ ਦਾ ਨਾਮ, ਕਹਿੰਦੇ ਇਹ ਲੱਸੀ ਮੱਖਣ ਤੋਂ ਵੀ ਮਹਿੰਗੀ ਨਿਕਲੀ, ਇਹ ਹੈ ਤਾਂ ਬਾਇਓ ਪ੍ਰੋਡਕਟ। ਇਹ ਤੁਹਾਡੇ ਦਿਮਾਗ ਲਈ, ਇਹ ਤੁਹਾਡੀ ਇਨਸੂਲਿਨ ਰੈਜ਼ਿਸਟੈਂਸ ਲਈ ਅੰਮ੍ਰਿਤ ਹੈ, ਅੰਮ੍ਰਿਤ। ਕਿਉਂ? ਕੀਟੋਨਸ 1.9 ਗੁਣਾ ਜ਼ਿਆਦਾ એનર્ਜੀ ਦਿੰਦੇ ਨੇ ਸ਼ੂਗਰ ਨਾਲੋਂ, ਤਾਂ ਹੀ ਬੰਦੇ ਫਾਸਟਿੰਗ ਲੰਬੀ ਕਰ ਪਾਉਂਦੇ ਆ। ਦੂਜੀ ਗੱਲ, ਹੁਣ ਸਮਝੋ ਤੁਹਾਡੇ ਕੋਲ ਇਨਸੂਲਿਨ ਰੈਜ਼ਿਸਟੈਂਸ ਹੋਈ ਹੈ, ਸੈੱਲ ਇਨਸੂਲਿਨ ਤਾਂ ਲੈ ਨਹੀਂ ਸਕਦਾ, ਸ਼ੂਗਰ ਤਾਂ ਲੈ ਨਹੀਂ ਸਕਦਾ, ਮਗਰ ਕੀਟੋਨਸ ਲੈ ਸਕਦਾ, ਤੇ ਇਹ ਬੈਟਰ ਫਿਊਲ ਹੈ। ਤਾਂ ਵਰਡ ਯੂਜ਼ ਕਰਿਆ ਕੀਟੋਨਸ। ਜਦੋਂ ਡਾਈਟ ਤੁਹਾਨੂੰ ਫੈਟ ਬਰਨਿੰਗ ਕਰਾਉਂਦੀ ਹੈ ਤੇ ਤੁਹਾਡੇ ਪਿਸ਼ਾਬ ਤੇ ਮੂੰਹ ਚੋਂ ਕੀਟੋਨਸ ਨਿਕਲਦੇ ਆ, ਉਸ ਡਾਈਟ ਨੂੰ ਕੀਟੋ ਡਾਈਟ ਕਹਿ ਕੇ ਬਦਨਾਮ ਕਰ ਦਿੱਤਾ ਗਿਆ। ਇਹ ਡਾਈਟ ਅਲਜ਼ਾਈਮਰਸ ਦੇ ਪੇਸ਼ੈਂਟ ਤੇ, ਇਹਦੀ ਤੁਹਾਨੂੰ ਅਗਰ ਤੁਸੀਂ ਕੁਲਵੰਤ ਜੀ ਪਿੱਛੇ ਜਾਓਗੇ, ਇਹ ਲੋਕਾਂ ਨੇ ਪੁੱਠੀ ਸਿੱਧੀ ਬਣਾਈ ਹੋਈ ਹੈ ਨਾ। ਇਹ ਐਕਚੁਅਲ ਚ ਇਹ ਐਕਸਪੈਰੀਮੈਂਟ ਹੋਇਆ ਸੀ ਐਪੀਲੈਪਟਿਕ ਬੱਚਿਆਂ ਨੂੰ ਹੈਲਪ ਕਰਨ ਲਈ, ਕੀਟੋ ਡਾਈਟ ਬਣਾਈ ਗਈ ਸੀ। ਸਰ ਮੈਨੇ ਆਪ ਐਕਸਪੈਰੀਮੈਂਟ ਕਰਿਆ ਹੋਇਆ ਆਪਣੇ ਰਿਸ਼ਤੇਦਾਰ ਤੇ। 2 ਮਹੀਨੇ, ਜਿਹਨੂੰ ਮਹੀਨੇ ਚ 8 ਦੌਰੇ ਪੈਂਦੇ ਸੀ, 2 ਮਹੀਨੇ ਮੇਰੀ ਸੁਪਰਵਿਜ਼ਨ ਚ 0 ਦੌਰੇ ਪਏ। ਉਹਦੇ ਪੇਰੈਂਟਸ ਨੇ ਬੱਚੇ ਨੂੰ ਹਟਾਤਾ ਡਾਈਟ ਤੋਂ, ਉਹਨੂੰ ਦੁਬਾਰਾ ਦੌਰੇ ਪੈਣ ਲੱਗ ਗਏ। ਮਗਰ ਜਦੋਂ ਤੁਹਾਡੀ ਬੋਡੀ ਚ ਕੀਟੋਨਸ ਹੈ, ਗਲੂਕੋਸ ਨਹੀਂ ਕੀਟੋਨਸ, ਤੁਹਾਡਾ ਬ੍ਰੇਨ, ਤੁਹਾਡਾ ਲਿਵਰ, ਤੁਹਾਡੀ ਪੈਨਕ੍ਰੀਆ, ਤੁਹਾਡੇ ਐਡਰੀਨਲਸ, ਦੇਖੋ ਮੈਂ ਸਾਰੇ ਜੋੜੂੰਗਾ, ਤੁਹਾਡਾ ਥਾਇਰਾਇਡ, ਤੁਹਾਡੇ ਸੈਕਸ਼ੂਅਲ ਗਲੈਂਡਸ, ਓਵਰੀਜ਼ ਤੇ ਟੈਸਟੋਸਟੇਰੋਨ ਹੈ, ਟੈਸਟਿਸ, ਇਹ ਥਰਾਈਵ ਕਰਦੇ ਨੇ। ਕਿਉਂ? ਇਹਨਾਂ ਨੂੰ ਡੈਮੇਜ ਕੌਣ ਕਰਦਾ ਹੈ? ਗਲੂਕੋਸ, ਇਨਸੂਲਿਨ ਰੈਜ਼ਿਸਟੈਂਸ। ਹੁਣ ਮੈਂ ਕਿੱਥੇ ਜੋੜ ਰਿਹਾ? ਜਦ ਤੁਸੀਂ MCT ਆਇਲ ਪੀਤਾ, ਉਹ MCT ਆਇਲ ਕੀ ਹੈ? ਮੀਡੀਅਮ ਚੇਂਜ ਟ੍ਰਾਈਗਲਿਸਰਾਇਡਸ, ਮੀਡੀਅਮ ਚੇਂਜ ਟ੍ਰਾਈਗਲਿਸਰਾਇਡਸ, ਜਾਂ ਕੋਕੋਨਟ ਆਇਲ ਪੀਤਾ। ਜੇ ਤੁਹਾਨੂੰ ਉਹ ਲਈ ਇੰਪਰੂਵਮੈਂਟ ਹੋਈਆਂ, ਉਹ ਕਿਉਂ ਹੋਈਆਂ? ਕਿਉਂਕਿ ਇਸ ਆਇਲ ਦੇ ਵਿੱਚ ਸਿੱਧਾ ਕੀਟੋਨਸ ਬਣਾਉਣ ਦੀ ਸ਼ਕਤੀ ਹੁੰਦੀ ਹੈ, ਕੋਕੋਨਟ ਆਇਲ ਜਾਂ MCT ਆਇਲ। ਬੜੀ ਸਿੰਪਲ ਜੀ ਗੱਲ ਹੈ, ਲੋਕੀ MCT ਨਾ ਖਰੀਦਣ ਲੱਗ ਜਾਓ, ਬਹੁਤ ਮਹਿੰਗਾ ਆਇਲ ਹੈ। 1 ਲੀਟਰ ਕੋਕੋਨਟ ਆਇਲ ਚ 600 ਮਿਲੀਲੀਟਰ, 60% ਇੱਕ ਕੋਕੋਨਟ ਆਇਲ ਚ MCT ਹੁੰਦਾ ਹੈ। ਉਹ ਐਮਾਜ਼ਨ ਤੋਂ ਮਹਿੰਗੇ ਚੀਜ਼ਾਂ ਨਾ ਆਰਡਰ ਕਰ ਲਿਓ, ਸਿੰਪਲ ਕੋਕੋਨਟ ਆਇਲ, ਦੈਟਸ ਇਟ। ਹੁਣ ਤੁਸੀਂ ਜਿਹਦਾ ਬ੍ਰੇਨ ਪਹਿਲਾਂ ਹੀ ਡੈਮੇਜ ਹੈ, ਅਗਰ ਉਹਨੂੰ ਆਪਾਂ ਨੇ ਕਾਰਬੋਹਾਈਡਰੇਟਸ 0 ਕਰਤੇ ਜਾਂ ਲੋ ਕਰਤੇ, ਤੇ ਉਹਨੂੰ ਅੱਛਾ ਫੈਟ ਕੋਕੋਨਟ ਆਇਲ ਵਰਗਾ ਦੇਣਾ ਸ਼ੁਰੂ ਕਰਤਾ, ਆਪਾਂ ਉਹਦੀ ਡੈਮੇਜ ਰਿਵਰਸ ਕਰ ਲਈ। ਕਿਉਂ? ਨਿਊਰੋਨਸ ਨੂੰ ਜਿਹੜੇ ਭੁੱਖੇ ਬੈਠੇ ਕੰਮ ਕਰ ਰਹੇ ਸੀ, ਫਿਊਲ ਮਿਲ ਗਿਆ, ਤਾਂ ਤੁਹਾਨੂੰ ਕੁਝ ਇੰਪਰੂਵਮੈਂਟਾਂ ਮਿਲਣਗੀਆਂ। ਮੈਮਰੀ ਵਾਪਸ ਆ ਜਾਏਗੀ, ਮੂਡ ਚੰਗਾ ਹੋ ਜਾਏਗਾ, ਬ੍ਰੇਨ ਫੌਗ ਐਨ ਪੂਰਾ ਬੱਲਬ ਜਗ ਜਾਊਗਾ, ਫੋਕਸ ਕਰ ਪਾਓਗੇ, ਚੀਜ਼ਾਂ ਦੇਖਣਗੀਆਂ ਕਲੀਅਰਲੀ। ਹੁਣ ਅਗਰ ਇਹ ਤੁਹਾਡੇ ਨਾਲ ਇੰਪਰੂਵਮੈਂਟਾਂ ਹੋਈਆਂ, ਤਾਂ ਤੁਹਾਨੂੰ ਇਹ ਸਾਈਨ ਮਿਲ ਗਿਆ ਕਿ ਡੈਮੇਜ ਸੀਗੀ, ਤੇ ਇਹਨੂੰ ਰਿਪੇਅਰ ਕਰਨ ਦਾ ਤਰੀਕਾ ਵੀ ਮਿਲ ਗਿਆ। ਬਹੁਤ ਸਿੰਪਲ ਤਰੀਕਾ ਕੁਲਵੰਤ ਜੀ, ਬਹੁਤ ਸਿੰਪਲ। ਇੰਨਾ ਕੰਪਲਿਕੇਟਡ ਬਣਾ ਦਿੰਦੇ ਆ। ਦੇਖੋ ਹੁਣ ਯਾਦ ਰੱਖਿਓ, ਮੈਂ ਤੁਹਾਡੇ ਨਾਲ ਬਹੁਤ ਵਾਰੀ ਗੱਲ ਕਰਦਾ, ਨਿਊਰੋਬਿਨ ਨਾਮ ਦਾ ਕੈਪਸੂਲ ਆਉਂਦਾ, ਨਾਮ ਇਹ ਹੈ ਨਿਊਰੋਬਿਨ। ਬਿਲਕੁਲ ਪੇਨ ਵਾਸਤੇ ਵੀ ਹੁੰਦਾ, ਬ੍ਰੇਨ ਦੇ ਵਿੱਚ, ਬ੍ਰੇਨ ਨਾਲ ਸੰਬੰਧਿਤ ਨਰਵਸ ਦਾ। ਉਹਦਾ ਨਾਮ ਨਿਊਰੋਬਿਨ ਕਿਉਂ ਹੈ? ਉਹ ਨਿਊਰੋਨਸ ਨੂੰ B1 ਥਾਇਆਮਿਨ ਨਾਮ ਦਾ ਵਿਟਾਮਿਨ ਚਾਹੀਦਾ ਹੁੰਦਾ ਹੈ, ਥਾਇਆਮਿਨ ਨਾਮ ਦਾ ਵਿਟਾਮਿਨ। ਉਹਦਾ ਨਾਮ ਇੰਡੀਆ ਚ ਗੋਲੀ ਚ ਉਹਨੂੰ B1 ਕਹਿ ਕੇ ਨਹੀਂ ਵੇਚਦੇ, ਉਹਨੂੰ ਨਿਊਰੋਬਿਨ ਫੋਰਟ ਇਹੋ ਜਿਹਾ ਕੁਝ ਕਹਿ ਕੇ ਵੇਚਦੇ ਆ, ਨਿਊਰੋਬਿਓਨ। ਨਿਊਰੋਬਿਨ ਫੋਰਟ ਤਾਂ ਹੁੰਦਾ ਵੀ ਜੇ ਸਿਰ ਦੇ ਵਿੱਚ ਕੋਈ ਦਰਦ ਆ, ਤੇ ਦਰਦ ਨਾਲ ਸੰਬੰਧਿਤ ਜਿਹੜੀ ਹੁੰਦੀ ਹੈ ਉਹ ਦਵਾਈ ਹੁੰਦੀ ਹੈ। ਅਸਲ ਚ ਫੋਰਟ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ, ਫੋਰਟ ਦਾ ਹੁੰਦਾ ਕਿਲਾ, ਸ਼ਕਤੀਸ਼ਾਲੀ ਕਰਨਾ, ਪਾਵਰਫੁਲ ਕਰ ਦੇਣਾ। ਕਦੇ ਵੀ ਫੋਰਟ ਦੀ ਮੈਡੀਸਿਨ ਨਹੀਂ ਖਾਣੀ ਚਾਹੀਦੀ। ਇਹਦਾ ਮਤਲਬ ਹੈ ਆਰਟੀਫਿਸ਼ਲੀ ਹੋਰ ਸਿੰਥੈਟਿਕ ਵਿਟਾਮਿਨ ਐਡ ਕਰਿਆ ਹੋਇਆ। ਤਾਂ ਮੈਂ ਹਮੇਸ਼ਾ ਲੋਕਾਂ ਨੂੰ ਕਹਿੰਦਾ ਨਿਊਰੋਬਿਨ ਖਾਣਾ, ਨਿਊਰੋਬਿਨ ਸਿੰਪਲ ਖਾ ਲਓ। ਹੁਣ ਇਹ ਤੋਂ ਪਿੱਛੇ ਸਮਝੋ, B1 ਨੂੰ ਬੋਡੀ ਚੋਂ ਕੌਣ ਮਾਰਦਾ ਹੈ? 2 ਚੀਜ਼ਾਂ, ਪਹਿਲੇ ਨੰਬਰ ਤੇ ਸ਼ੂਗਰ ਤੇ ਕਾਰਬੋਹਾਈਡਰੇਟਸ, ਦੂਜੇ ਨੰਬਰ ਤੇ ਕਾਫੀ ਜਾਂ ਚਾਹ। ਹੁਣ ਜਿਹੜਾ ਬੰਦਾ ਸ਼ੂਗਰ ਤੇ, ਸਮਝੋ ਹੁਣ 2 ਤਰੀਕੇ ਨਾਲ ਬੰਦਾ ਆਪਣੇ ਨੂੰ ਮਾਰ ਰਿਹਾ, ਕਾਫੀ ਚਾਹ ਜ਼ਿਆਦਾ ਪੀ ਰਿਹਾ ਤੇ ਚੀਨੀ ਤੇ ਕਾਰਬੋਹਾਈਡਰੇਟ ਖਾ ਰਿਹਾ। ਉਹਨੇ ਆਪਣੇ ਸਰੀਰ ਦੇ ਬ੍ਰੇਨ ਸੈਲਸ ਨੂੰ 2 ਤਰੀਕੇ ਨਾਲ ਮਾਰਤਾ, ਪਹਿਲਾ ਇਨਸੂਲਿਨ ਰੈਜ਼ਿਸਟੈਂਸ ਨਾਲ, ਦੂਜਾ B1 ਵਿਟਾਮਿਨ ਕੱਢਤਾ। ਤੁਹਾਨੂੰ ਦੇਖਿਆ ਮੈਂ ਬਹੁਤ ਵਾਰੀ ਗੱਲ ਕਰਦਾ ਨਿਊਟ੍ਰੀਸ਼ਨਲ ਈਸਟ ਦੀ, ਉਸ ਚ B ਕੰਪਲੈਕਸ ਹੈ, B1 ਬਹੁਤ ਹਾਈ ਹੈ ਉਸ ਚ, ਮਗਰ ਆਰਗੈਨਿਕਲੀ, ਸਿੰਥੈਟਿਕ ਗੋਲੀ ਨਹੀਂ। ਤੇ ਉਹਦੇ ਉੱਪਰ ਮੈਂ ਇੰਤਜ਼ਾਮ ਕਰ ਰਿਹਾ ਕਿ ਤੁਹਾਨੂੰ ਇੰਡੀਆ ਚ ਆਪ ਮਿਲ ਜੇ। ਬੜੇ ਲੋਕਾਂ ਨੇ ਮੈਨੂੰ ਮੈਸੇਜ ਕਰਿਆ, ਮਿਲਣਾ ਬੰਦ ਹੋ ਗਿਆ, ਆਮ ਟ੍ਰਾਈਂਗ ਟੂ ਗੈਟ ਆਫ ਇਟ। ਤਾਂ ਆਪਾਂ ਕਿੱਥੇ ਵਾਪਸ ਗੱਲ ਤੇ ਆਣਾ, 2 ਤਰੀਕੇ ਨਾਲ ਫਿਊਲ ਮਿਲ ਸਕਦਾ ਤੁਹਾਡੇ ਨਿਊਰੋਨ ਨੂੰ। ਪਹਿਲਾ ਫਿਊਲ ਤਾਂ ਇੰਪੋਸੀਬਲ ਹੈ, ਤੁਹਾਡੇ ਕੋਲ ਇਨਸੂਲਿਨ ਰੈਜ਼ਿਸਟੈਂਸ ਹੈ, ਉਹ ਫਿਊਲ ਮਿਲ ਹੀ ਨਹੀਂ ਸਕਦਾ। ਫਿਰ ਥੱਕੇ ਰਹਿੰਦੇ ਆ, ਚਾਹ ਪੀ ਕੇ ਦਿਨ ਚਲਾਉਂਦੇ ਆ, ਫਿਰ ਰਾਤ ਨੂੰ ਬੈੱਡ 'ਚ ਪੈ ਕੇ ਐ ਬੱਲਬ ਮੰਗਵਾਉਣ ਹੋ ਜਾਂਦੇ ਆ, ਸਾਰੇ ਹਵਾਈ ਕਿਲੇ ਪਾਉਂਦੇ ਆ। ਫਿਰ ਕਹਿਣਗੇ 3 ਵੱਜ ਗਏ ਯਾਰ, 1 ਕੱਪ ਚਾਹ ਪੀ ਲੈਣਾ, ਨੀਂਦ ਤਾਂ ਆਏ ਰਹੀ। ਨਹੀਂ, ਇਹੋ ਜਿਹਾ ਕੁਝ ਕਰਨ ਦੀ ਲੋੜ ਨਹੀਂ। ਦੂਜਾ ਫਿਊਲ ਸੋਰਸ ਹੈ ਕੀਟੋਨਸ। ਕੀਟੋਨਸ ਕਦੋਂ ਬਣਦੇ ਨੇ? ਜਦ ਤੁਹਾਡੀ ਬੋਡੀ ਫੈਟ ਬਰਨ ਕਰਦੀ ਹੈ। ਹੁਣ ਇਹਦੇ ਪਿੱਛੇ ਲੌਜਿਕ ਹੈ, ਦੇਖੋ ਇਹੀ ਚੀਜ਼ਾਂ ਮੈਂ ਕੋਚਾਂ ਨੂੰ ਸਿਖਾਉਂਦਾ।
ਜਦ ਤੱਕ ਤੁਹਾਨੂੰ ਸਾਇੰਸ ਨਹੀਂ ਨਾ ਪਤਾ, ਹਵਾਈ ਕਿਲੇ, ਹਵਾਈ ਤੀਰ ਜੋ ਮਰਜ਼ੀ ਬਣਾਈ ਜਾਓ, ਤੁਹਾਡਾ ਫੈਟ ਦਾ ਸੈਂਟਰ ਹੈ। ਜਦ ਤੁਸੀਂ 40 ਗ੍ਰਾਮ ਕਾਰਬਸ ਤੋਂ ਉੱਪਰ ਖਾ ਲਏ ਇੱਕ ਦਿਨ 'ਚ, ਤੁਹਾਡੀ ਬੋਡੀ ਕੀਟੋਨਸ ਨਹੀਂ ਬਣਾ ਸਕਦੀ। ਹੁਣ ਕਿਉਂਕਿ ਤੁਹਾਡੀ ਬੋਡੀ ਕੀਟੋਨਸ ਨਹੀਂ ਬਣਾ ਸਕਦੀ, ਤੁਹਾਡਾ ਬ੍ਰੇਨ ਕੋਲ ਫਿਊਲ ਘਟ ਗਿਆ। ਤਾਂ ਅਸੀਂ ਲੋਕਾਂ ਨੂੰ ਉਹਨਾਂ ਦੀ ਬੋਡੀ ਸਮਝ ਕੇ ਇੱਕ ਡਾਈਟ ਕਰਵਾਉਂਦੇ ਹਾਂ। ਹੁਣ ਇਮੇਜਿਨ ਕਰੋ ਕੁਲਵੰਤ ਜੀ, ਇਮੇਜਿਨ ਕਰੋ ਤੁਸੀਂ ਮੇਰੇ ਕਲਾਇੰਟ ਹੋ, ਤੁਸੀਂ ਕਹੋ ਮੈਂ ਰਵਿੰਦਰ 6 ਰੋਟੀਆਂ ਖਾਣਾ ਡੇਲੀ, ਮੈਂ ਤੁਹਾਨੂੰ ਕਹਿੰਦਾ ਪਹਿਲੇ ਦਿਨ 0 ਰੋਟੀ ਕਰ ਦਿਓ, ਅਗਲੇ ਦਿਨ ਤੁਸੀਂ ਕਹੋਗੇ ਰਵਿੰਦਰ ਤੂੰ ਗਿਆ ਪਹਾੜ 'ਚ, ਮੈਂ ਨਹੀਂ ਕਰਨੀ ਡਾਈਟ। ਇਹ ਪਤਾ ਕਿਵੇਂ ਹੈ? ਜਿਹੜਾ ਬੰਦਾ ਬੋਤਲ ਪੀ ਰਿਹਾ ਸੀ ਉਹਨੂੰ ਕਹਿੰਦੇ ਸ਼ਰਾਬ ਸੁੰਘ ਲੈ। ਨਹੀਂ, ਉਹ ਨਾ ਆਪਣੇ ਕਹਿੰਦੇ ਪੌੜੀ ਪੌੜੀ ਚੜਦਾ ਜਾ, ਜੈ ਮਾਤਾ ਦੀ ਕਰਦਾ ਜਾ। ਇਹ ਉਹੀ ਗੱਲ ਹੈ। ਇਹ ਤੁਹਾਨੂੰ ਧਾਰਨ ਦਾ ਇੱਕ ਤਰੀਕਾ ਹੈ, ਤੁਹਾਨੂੰ ਫੈਟ ਖਾਣ ਦਾ ਇੱਕ ਤਰੀਕਾ ਹੈ। ਤੁਹਾਡੀ ਬੋਡੀ ਨਾ ਟੁੱਟੇ, ਤੁਹਾਡਾ ਦਿਨ ਨਾ ਖਰਾਬ ਹੋਵੇ, ਉਹ ਵੀ ਨਹੀਂ ਕਰਨਾ। ਕਈ ਲੋਕੀ ਨਾ ਕਹਿੰਦੇ ਰਵਿੰਦਰ ਨੇ ਕਿਹਾ ਵਰਤ ਰੱਖ ਲੈਂਦੇ ਆ, ਅਗਲੇ ਦਿਨ ਘਰੇ ਕਲੇਸ਼ ਪੈ ਜਾਂਦਾ ਐਡਾ ਬੜਾ ਕਿ ਰਹੇ ਰੱਬ ਦਾ ਨਾਂ। ਕਿਉਂ? ਬ੍ਰੇਨ ਕੋਲ ਫਿਊਲ 0 ਹੋ ਗਿਆ, ਕੀਟੋਨਸ ਉਹਦੇ ਕੋਲ ਸੀ ਨਹੀਂ, ਸ਼ੂਗਰ ਤੁਸੀਂ ਖਾਈ। ਫਿਰ ਕਹਿੰਦੇ ਉਹ ਸਾਨੂੰ ਛੋਟੇ ਹੁੰਦੇ ਯਾਦ ਆ ਕੁਲਵੰਤ ਜੀ, ਮੰਮੀ ਦੇ ਨਾ ਵਰਤ ਹੁੰਦਾ ਸੀਗਾ, ਪਤਾ ਨਹੀਂ ਕਿਹੜਾ ਰੱਬ ਜਾਣੇ, ਹਫ਼ਤੇ 'ਚ ਇੱਕ। ਅਸੀਂ ਉਸ ਦਿਨ ਮੰਮੀ ਨਾਲ ਪੰਗੇ ਹੀ ਲੈਂਦੇ ਸੀ ਕਿ ਅੱਜ ਤਾਂ ਮੰਮੀ ਛੱਡ ਹੀ ਦਿਓ। ਕਿ ਉਦੋਂ ਤਾਂ ਜਿਵੇਂ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਹੈ, ਜਿਹੜੀ ਗੱਲ ਕਦੇ ਨੋਟਿਸ ਵੀ ਨਹੀਂ ਹੁੰਦੀ ਸੀ, ਉਦੋਂ ਉਹ ਤੇ ਵੀ ਕਦਾ ਪੈ ਜਾਂਦਾ ਸੀ। ਤਾਂ ਇਹ ਸਮਝੋ, ਜੇ ਸਰੀਰ ਸੈੱਟ ਨਹੀਂ ਕਰਿਆ, ਅਸੀਂ ਕੋਚਿੰਗ 'ਚ ਕਰਦੇ ਕਿ ਅਸੀਂ ਤੁਹਾਨੂੰ ਸੈੱਟ ਕਰਦੇ ਹਾਂ ਉਸ ਪੁਆਇੰਟ ਤੱਕ ਲਿਆ ਕੇ, ਤਾਂ ਕਿ ਤੁਹਾਡੀ ਬੋਡੀ ਆਪਣੇ ਕੀਟੋਨਸ ਬਣਾ ਸਕੇ, ਆਪਣਾ ਫਿਊਲ ਸੋਰਸ ਬਣਾ ਸਕੇ ਤੇ ਤੁਸੀਂ ਉਹਨੂੰ ਸਸਟੇਨ ਕਰ ਸਕੋ। ਬੜੇ ਲੋਕੀ ਮੇਰੇ ਨਾਲ ਕਹਿਣਗੇ ਰਵਿੰਦਰ ਜੀ 2 ਮਹੀਨੇ ਬਾਅਦ ਮੈਂ ਕੀ ਕਰਾਂ? ਮੈਂ ਹੱਸਦਾ ਹੁੰਦਾ, ਕਹਿੰਦੇ ਇਹ ਪੂਰੀ ਜ਼ਿੰਦਗੀ ਐਵੇਂ ਖਾਣਾ ਪੈਣਾ। ਮੈਂ ਕਿਹਾ 2 ਕਹਾਵਤਾਂ ਨੇ। ਪਹਿਲੀ ਕਹਾਵਤ ਹੈ ਆਟੇ 'ਚ ਲੂਣ ਤੇ ਲੂਣ 'ਚ ਆਟਾ। ਮੈਂ ਕਿਹਾ 12 ਮਹੀਨੇ 'ਚ 12 ਪਾਰਟੀਆਂ, 12 ਰਿਟਾਇਰਮੈਂਟਾਂ ਤੇ 12 ਬਰਥਡੇ ਪਾਰਟੀਆਂ ਵੀ ਖਾ ਲਿਓ, ਵਿੱਚ 2-3 ਭੋਗ ਵੀ ਖਾ ਲਿਓ। ਕਿੰਨੇ ਹੋ ਗਏ? 12 ਤੀਆ ਲਾਓ 36 ਪਲੱਸ 36 ਦੇ ਵਿੱਚ ਹੋਰ ਲਾ ਲਓ 4-5 ਭੋਗ ਵੀ ਲਾ ਲਓ, 40। ਆਟੇ 'ਚ ਲੂਣ ਚੱਲ ਜਾਏਗਾ। ਮਗਰ ਲੋਕ ਪਤਾ ਕਹੇ ਜਾਂਦੇ ਕਿ ਹਫ਼ਤੇ 'ਚ ਇੱਕ ਦਿਨ ਡਾਈਟ ਕਰ ਲਈਏ, 6 ਦਿਨ ਰਹੇ ਰੱਬ ਦਾ ਨਾਮ। ਮੈਂ ਕਿਹਾ ਨਾ ਜੀ ਨਾ, ਫਿਰ ਤੁਸੀਂ ਮੇਰੇ ਗਲਤ ਆ ਗਏ। ਤਾਂ ਮੈਂ ਇਹ ਚੀਜ਼ ਸਿਖਾਉਣਾ ਕਿ ਦੂਜੀ ਗੱਲ, ਹਾਂ ਹਾਸੇ ਵਾਲੀ ਗੱਲ ਹੈ ਜਿਹੜੀ ਮੈਂ ਲੋਕਾਂ ਨੂੰ ਜਵਾਬ ਦਿੰਦਾ ਹੁੰਦਾ, ਮੈਨੂੰ ਕਹਿਣਗੇ ਇਹ ਤੁਸੀਂ 3 ਮਹੀਨੇ ਕਰਾਤਾ, ਚਲੋ 2 ਮਹੀਨੇ 3 ਮਹੀਨੇ ਕਰ ਲਿਆ, ਉਸ ਤੋਂ ਬਾਅਦ ਮੈਂ ਦੁਬਾਰਾ ਰੋਟੀ ਪਾਣੀ ਉਵੇਂ ਖਾ ਸਕਦਾ? ਮੈਂ ਕਿਹਾ ਤਾਂ ਉਹ ਗੱਲ ਹੋਈ ਕਿ ਇੱਕ ਸ਼ਰਾਬੀ ਰੀਹੈਬ ਸੈਂਟਰ 'ਚੋਂ ਨਿਕਲਿਆ ਤੇ ਰੀਹੈਬ ਸੈਂਟਰ ਦੇ ਮਾਲਕ ਨੂੰ ਇਹ ਕਹਿੰਦਾ ਮੈਂ ਠੇਕੇ ਤੇ ਕਿੱਦਣ ਜਾ ਸਕਦਾ? ਫਿਰ ਮੈਂ ਕਿਹਾ ਤੂੰ ਸਾਡੇ ਰੀਹੈਬ ਸੈਂਟਰ 'ਚ ਕੀ ਕਰਨਾ ਆਇਆ ਸੀ ਭਾਈ, ਜੇ ਤੈਨੇ ਇਹੀ ਕਰਨਾ ਸੀ? ਆਟੇ 'ਚ ਲੂਣ ਚੱਲ ਜਾਏਗਾ। ਜੇ ਉਹ ਵਿਆਹ ਸ਼ਾਦੀ ਤੇ ਕਦੇ ਇੱਕ ਬੀਅਰ, ਅੱਧੀ ਬੀਅਰ ਪੀ ਲੇਗਾ, ਉਹ ਚੱਲ ਜਾਏਗਾ। ਜੇ ਉਹਨੇ ਇਹੀ ਕੰਮ ਕਰਨਾ ਸੀ ਤੇ ਜ਼ਰੂਰੀ ਸਾਨੂੰ ਆਪਣੇ ਆਪ ਨੂੰ ਕਸ਼ਟ ਦਿੱਤਾ ਨਾ? ਤਾਂ ਮੈਂ ਜੋ ਦੱਸ ਰਿਹਾ ਗੱਲ ਸਮਝੋ, ਜਦ ਤੁਸੀਂ ਇਹ ਚੀਜ਼ ਜਿਹੜੇ ਨੇ ਐਕਸਪੈਰੀਮੈਂਟ ਕਰਨ ਨੂੰ ਕਿਹਾ ਤੇ ਤੁਹਾਨੂੰ ਰਿਜ਼ਲਟ ਮਿਲ ਗਿਆ, ਜੇ ਤੁਹਾਨੂੰ ਰਿਜ਼ਲਟ ਮਿਲ ਗਿਆ ਤਾਂ ਕੋਈ ਬੰਦਾ ਪਾਗਲ ਥੋੜੀ ਹੈ ਜੀ ਉਹ ਚੀਜ਼ ਬੰਦ ਕਰ ਦੇਗਾ। ਅਗਰ ਤੁਹਾਨੂੰ ਆ ਐਕਸਪੈਰੀਮੈਂਟ ਕਰਕੇ ਤੁਹਾਡਾ ਮੂਡ ਬੈਟਰ ਹੋ ਗਿਆ, ਫੋਕਸ ਵਧੀਆ ਹੋ ਗਈ, ਮੈਮਰੀ ਯਾਦ ਆਉਣ ਲੱਗ ਗਿਆ, ਚੀਜ਼ਾਂ ਦੀ ਅਟੈਂਸ਼ਨ ਰਹਿਣ ਲੱਗ ਗਈ, ਮੈਂ ਕਹਿੰਦਾ ਬੱਲੇ ਬੱਲੇ ਆ। ਫਿਰ ਤੁਸੀਂ ਅਗਰ ਤੁਸੀਂ ਐਕਸਪੈਰੀਮੈਂਟ ਕਰਨਾ, ਇੱਕ ਦਿਨ ਨਾ ਪੁੱਠਾ ਖਾ ਕੇ ਦੇਖਿਓ। ਸਾਡੇ ਸਾਰੇ ਕਲਾਇੰਟ ਬਾਅਦ ਚੋਂ ਕਹਿੰਦੇ ਰਵਿੰਦਰ ਜੀ ਕੱਲ ਨਾ ਗਲਤ ਖਾ ਲਿਆ, ਤੁਸੀਂ ਮੰਨੋਗੇ ਨਹੀਂ, ਇਹੋ ਜਿਹਾ ਸਿਰ ਘੁੰਮਿਆ। ਮੈਂ ਕਿਹਾ ਦੇਖੋ ਸਿਰ ਘੁੰਮਦਾ ਡੇਲੀ ਸੀ ਤੁਹਾਡਾ, ਉਹ ਮਗਰ ਸ਼ਰਾਬੀ ਨੂੰ ਇਹ ਵੀ ਨਹੀਂ ਪਤਾ ਸੀ ਉਹ ਨਸ਼ੇ 'ਚ ਹੈ। ਹੁਣ ਜਦੋਂ ਸੋਪੀ ਹੋ ਗਿਆ, ਇੱਕ ਦਿਨ ਗਲਤ ਕੰਮ ਕਰਿਆ, ਉਹ ਕਹਿੰਦਾ ਹਾਂ ਵੀ ਪਤਾ ਲੱਗਦਾ ਕਿ ਇਹ ਕਰਕੇ ਕੰਮ ਖਰਾਬ ਹੋਇਆ। ਤਾਂ ਮੈਂ ਵਾਪਸ ਟੱਚ ਕਰੂੰਗਾ ਬ੍ਰੇਨ ਦੇ ਵਿੱਚ ਨਰਵਸ ਦੇ ਵਿੱਚ ਜਿਹੜੀ ਚੀਜ਼ ਤੁਹਾਡਾ ਕੰਮ ਕਰਾਂਦੀ ਹੈ ਨਿਊਰੋਨਸ ਨੂੰ 2 ਤਰੀਕੇ ਦੇ ਫਿਊਲ ਮਿਲਦੇ ਨੇ, ਗਲੂਕੋਸ ਚੀਨੀ ਜਾਂ ਕੀਟੋਨਸ। ਗਲੂਕੋਸ ਨੂੰ ਮਿਲ ਨਹੀਂ ਪਾਉਂਦੀ ਕਿਉਂਕਿ ਲੋਕੀ ਚੀਨੀ ਖਾ ਖਾ ਕੇ ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦੀ ਹੈ, ਤਾਂ ਇਨਸੂਲਿਨ ਸੈੱਲ ਨੂੰ ਕਨੈਕਟ ਨਹੀਂ ਹੋ ਪਾ ਰਹੀ, ਤਾਂ ਉਹਨੂੰ ਫਿਊਲ ਨਹੀਂ ਮਿਲ ਰਿਹਾ, ਉਹਨੇ ਝਿੱਲੀ ਬਣਾ ਲਈ। ਦੂਜਾ ਫਿਊਲ ਕਿਸੇ ਕੋ ਹੈ ਹੀ ਨਹੀਂ। ਕਿਉਂ? ਕਿਉਂਕਿ ਆਪਣੀ ਬੋਡੀ 'ਚ ਇੰਨੇ ਕਾਰਬ ਨੇ, ਜਦ ਤੱਕ ਕਾਰਬੋਹਾਈਡਰੇਟ ਤੁਹਾਡੀ ਬੋਡੀ 'ਚ ਹੈਗਾ ਕੀਟੋਨਸ ਬਣਨਗੇ ਨਹੀਂ। ਕਹਿੰਦੇ 2 ਤਰੀਕੇ, ਮੈਂ ਸਾਰਾ ਸਾਰਾਂਸ਼ ਕੱਢ ਰਿਹਾ। ਪਹਿਲਾ ਤਰੀਕਾ ਹੈ MCT ਆਇਲ ਪੀਣਾ, ਜਿਹਨੂੰ ਕਹਿੰਦੇ ਕੋਕੋਨਟ ਆਇਲ ਪੀਣਾ ਸ਼ੁਰੂ ਕਰ ਦਿਓ ਤੇ 2 ਵਜੇ ਤੱਕ ਕੁਝ ਨਹੀਂ ਖਾਣਾ। ਤੁਹਾਨੂੰ 1-2 ਹਫ਼ਤਿਆਂ 'ਚ ਐ ਲੱਗੂਗਾ ਲੈ ਵੀ ਮੈਮਰੀ ਸਾਫ਼ ਹੋਣ ਲੱਗ ਗਈ, ਦਿਮਾਗ ਕਲੀਅਰ ਰਹਿਣ ਲੱਗ ਗਿਆ, ਅਟੈਂਸ਼ਨ ਹੋ ਗਈ। 2 ਹਫ਼ਤੇ 'ਚ? ਹਾਂ 2 ਹਫ਼ਤੇ 3 ਹਫ਼ਤੇ। ਜਾਂ ਸਿੰਪਲ 0 ਕਾਰਬਸ ਤੇ ਚਲੇ ਜਾਣਾ, ਜਿਵੇਂ ਡਾਈਟ ਮੈਂ ਸਮਝਾਣਾ ਹੈ ਨਾ, ਸਲਾਦ ਪ੍ਰੋਟੀਨ ਫੈਟ ਵਾਲੀ। ਇਹਦੇ 'ਚ ਤਾਂ ਤੁਹਾਨੂੰ ਹਫ਼ਤੇ 1.5 ਹਫ਼ਤੇ 'ਚ ਇੱਕ ਵਾਰੀ ਤੁਹਾਡੀ એનર્ਜੀ ਗਿਰੂਗੀ, ਫਿਰ ਇਹੀ ਜੀ ਬਣੂਗੀ। ਕੁਲਵੰਤ ਜੀ ਮੈਨੇ ਐਕਸਪੈਰੀਮੈਂਟ ਆਪਣੇ ਆਪ ਤੇ ਕਰਿਆ ਹੈ। 40 ਘੰਟੇ ਦੇ ਫਾਸਟਿੰਗ 'ਚ ਮੈਨੇ 40 ਕਿਲੋਮੀਟਰ ਸਾਈਕਲ ਡੇਲੀ ਚਲਾਇਆ, ਮਤਲਬ ਇੱਕ ਦਿਨ ਛੱਡ ਕੇ। ਮੈਂ ਪਟਿਆਲੇ ਤੋਂ ਰਾਜਪੁਰਾ ਅਪ ਡਾਊਨ ਕਰ ਲੈਂਦਾ ਸੀ ਫਰੈਂਡ ਨਾਲ। ਮੈਨੂੰ ਪਾਣੀ ਦੀ ਵੀ ਪਿਆਸ ਜ਼ਿਆਦਾ ਲੱਗਦੀ ਸੀ। ਉਹ ਮੈਂ ਸਮਝਿਆ ਕੀ ਹੋਇਆ, ਕੀਟੋਨਸ ਗਲੂਕੋਸ ਤੋਂ 1.9 ਟਾਈਮਸ એનર્ਜੀ ਜ਼ਿਆਦਾ ਦਿੰਦੇ ਆ। ਆਪਣੀ ਬੋਡੀ 'ਚ ਐਟ ਐਨੀ ਗਿਵਨ ਟਾਈਮ ਸਿਰਫ 2 ਟੀਸਪੂਨ ਸ਼ੂਗਰ ਹੁੰਦੀ ਹੈ, ਤਾਂ ਹੀ ਬੰਦਿਆਂ ਨੂੰ
ਜਿਹੜੇ ਬੰਦੇ ਐਕਸਰਸਾਈਜ਼ ਕਰਦੇ ਆ ਉਹਨਾਂ ਨੂੰ ਅੱਧੇ ਘੰਟੇ ਬਾਅਦ ਭੁੱਖ ਲੱਗ ਜਾਂਦੀ ਹੈ। ਮਗਰ ਜਦੋਂ ਤੁਸੀਂ ਫੈਟ ਫਿਊਲ ਤੇ ਹੋ, ਆਪਣੀ ਬਾਡੀ ਦਾ ਮੇਜਰ ਹਿੱਸਾ ਪਾਣੀ, ਦੂਜਾ ਮੇਜਰ ਹਿੱਸਾ ਫੈਟ ਹੈ, ਤਾਂ ਮੇਰੇ ਕੋਲ ਤਾਂ ਮੇਰਾ ਫਿਊਲ ਪਾਵਰ ਬੈਂਕ ਵਾਂਗੂ ਚਿਪਕਿਆ ਹੋਇਆ, ਭੁੱਖ ਲੱਗਦੀ। ਤਾਂ ਹੀ ਸਰ ਸੱਚ ਵਧੀਆ ਗੱਲ ਦੱਸਣਾ, ਸਾਡਾ ਕਲਾਇੰਟ ਸੀ, ਕਦੇ ਨਾਮ ਨਹੀਂ ਲਿਆ, ਸਾਊਥ ਅਫਰੀਕਾ ਦੀ ਲੇਡੀ ਹੈ, ਉਹਨੇ 60 ਡੇਜ਼ ਦਾ ਫਾਸਟ ਕੰਪਲੀਟ ਕਰਤਾ ਜੀ। 60 ਡੇਜ਼। ਜੇ ਮੈਂ ਬਿਫੋਰ ਆਫਟਰ ਦਿਖਾ ਦਾਂ, ਤੁਸੀਂ ਮੰਨੋਗੇ ਨਹੀਂ ਕਿ ਲੇਡੀ ਉਹੀ ਲੇਡੀ ਹੈ ਸਿਰਫ, ਮਗਰ ਸਾਨੂੰ ਤਰੀਕਾ ਆਉਂਦਾ ਹੈ। ਉਹ 250 kg ਤੋਂ 230 ਕਿਲੋ ਤੋਂ ਇਸ ਵਕਤ ਉਹ ਮੇਰੇ ਹਿਸਾਬ ਨਾਲ ਕਿੰਨੇ ਤੇ ਆ ਗਈ ਹੈ, 93 ਕਿਲੋ ਤੇ ਆਈ ਹੋਈ ਹੈ। ਨਹੀਂ 230 ਪਾਉਂਡ ਹੋਣੇ ਕਿਲੋ ਜੀ, ਕਿਲੋ। ਅਗਰ ਮੈਂ ਤੁਹਾਨੂੰ ਸ਼ੇਪ ਦਿਖਾ ਦਾਂ, ਉਹਨੇ ਸਾਨੂੰ 230 ਕਿਲੋ ਬਹੁਤ ਜ਼ਿਆਦਾ ਭਾਰ ਸੀ, ਬਹੁਤ ਜ਼ਿਆਦਾ ਭਾਰ ਸੀ। ਅੱਛਾ। 1 ਸਾਲ ਤੋਂ ਜ਼ਿਆਦਾ ਹੋ ਗਿਆ ਜੀ ਕੋਚ ਕਰਦੇ ਹੁਣ ਮੈਨੂੰ। ਉਹਨੇ ਆਪਣਾ YouTube ਚੈਨਲ ਬਣਾਇਆ ਹੈ, ਉਹਨੇ ਹਾਈਡ ਕਰਿਆ ਹੋਇਆ, ਉਹਨੇ ਪੂਰਾ ਪਤਲੀ ਹੋ ਕੇ ਉਹ ਚੈਨਲ ਲਾਂਚ ਕਰਨਾ ਹੈ। ਉਸ 'ਚ ਆਪਣਾ ਜ਼ਿਕਰ ਹੋਇਆ ਕਿਉਂਕਿ ਆਪਾਂ ਦੇ ਕੋਚ ਰਹੇ ਹਾਂ। ਤਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਕੀਟੋਨਸ ਫਿਊਲ ਕਿੱਥੋਂ ਆਉਂਦਾ? ਤੁਹਾਡਾ ਫੈਟ ਤੋਂ। ਆਹ ਫੈਟ ਕੀ ਹੈ? ਇਹ ਸਕਿਨ ਸਾਰੀ ਫੈਟ ਹੈ, ਤੁਹਾਡੇ ਕੋਲ ਸਾਰਾ ਦਿਨ ਲੱਗੀ ਹੋਈ ਹੈ। ਹੁਣ ਬਾਰ-ਬਾਰ ਕਿਉਂ ਖਾਣਾ ਪੈਂਦਾ? ਕਿਉਂਕਿ ਤੁਹਾਡਾ ਫਿਊਲ ਇਹ ਨਹੀਂ ਹੈ, ਤੁਹਾਡਾ ਫਿਊਲ ਕੀ ਬਣਿਆ ਹੋਇਆ? ਗਲੂਕੋਸ। ਗਲੂਕੋਸ ਚੀਨੀ ਤੇ ਕਾਰਬੋਹਾਈਡਰੇਟ ਤੋਂ ਹੈ। ਤਾਂ ਮੈਂ ਲੋਕਾਂ ਨੂੰ ਬ੍ਰੇਨ ਡੈਮੇਜ ਤੋਂ ਬਚਾਉਣ ਦਾ ਇੱਕ ਸਿੰਪਲ ਜਿਹਾ ਤਰੀਕਾ ਦੱਸ ਰਿਹਾ। ਪਹਿਲਾਂ ਤਾਂ ਪਤਾ ਕਰੋ ਕਿ ਤੁਹਾਨੂੰ ਹੈ ਕਿ ਨਹੀਂ। ਮੈਂ ਲੱਛਣ ਦੱਸਦੇ, ਜੇ ਹੈਗੀ ਹੈ ਤਾਂ ਹਰ ਵਾਰੀ ਦੱਸਿਆ ਮੈਨੇ, ਅਸੀਂ ਤਾਂ ਡਾਈਟ ਕਰਾਉਂਦੇ ਹਾਂ। ਉਹ ਡਾਈਟ ਦਾ ਇੱਕ ਤਰੀਕਾ ਹੈ, ਹਰ ਇੱਕ ਬੰਦੇ ਨੂੰ ਡਾਈਟ ਕਰਾਉਣ ਦਾ ਇੱਕ ਤਰੀਕਾ ਹੈ ਨਾ। ਉਹ ਡਾਈਟ ਦੇ ਤਰੀਕੇ ਨੂੰ ਸਾਨੇ 7000 ਲੋਕਾਂ ਤੇ ਐਕਸਪੈਰੀਮੈਂਟ ਕਰਕੇ ਦੇਖ ਲਿਆ ਕਿ ਕਿਵੇਂ ਹਰ ਇੱਕ ਬੰਦੇ ਤੇ, ਮੈਂ ਝੂਠ ਨਹੀਂ ਬੋਲਦਾ, 85% ਲੋਕਾਂ ਦਾ ਰਿਜ਼ਲਟ ਗਰੰਟਿਡ ਹੁੰਦਾ ਸਾਡੇ ਨਾਲ ਹੈਲਦੀ ਕਰਨ। ਜਿਹੜੇ 15% ਕੇਸ ਨੇ ਉਹ ਮੈਂ ਸਾਫ਼ ਕਹਿ ਦੇਣਾ ਅਸੀਂ ਲੈਂਦੇ ਨਹੀਂ। ਡਿਪਰੈਸ਼ਨ ਦੀ ਦਵਾਈ ਖਾ ਰਿਹਾ ਹੋਇਆ ਕੋਈ ਜ਼ਿਆਦਾ, ਸਲੀਪਿੰਗ ਪਿਲ, ਨਸ਼ਾ ਪੱਤਾ ਖਾਂਦਾ ਹੋਵੇ, ਅਸੀਂ ਉਹ ਕੇਸ ਨੂੰ, ਜਾਂ ਕਿਡਨੀ ਦਾ ਪੇਸ਼ੈਂਟ ਹੋਵੇ, ਅਸੀਂ ਉਹਨੂੰ ਆਪੇ ਕਹਿ ਦਿੰਦੇ ਹਾਂ ਕਿ ਭਾਈ ਤੁਹਾਨੂੰ ਅਸੀਂ ਹੈਲਪ ਨਹੀਂ ਕਰ ਸਕਦੇ, ਉਹਨਾਂ ਨੂੰ ਜ਼ਿਆਦਾ ਅਟੈਂਸ਼ਨ ਚਾਹੀਦੀ ਹੁੰਦੀ ਹੈ। ਤਾਂ ਮਗਰ 85% ਕੇਸਿਸ 100% ਰਿਜ਼ਲਟ ਆਉਂਦੇ ਆ। ਤੇ ਆਪਾਂ ਬਿਮਾਰੀ ਨਹੀਂ ਠੀਕ ਕਰਨੀ, ਆਪਾਂ ਬੋਡੀ 'ਚ ਬਿਮਾਰੀਆਂ ਦੇ ਕਾਰਨ ਨੂੰ, ਰੂਟ ਕਾਜ਼ ਨੂੰ ਹੈਲਦੀ ਕਰ ਦੇਣਾ। ਤੇ 90% ਆਫ ਦਾ ਟਾਈਮਸ ਰੂਟ ਕਾਜ਼ ਕੀ ਨਿਕਲਦਾ? ਐਡਰੀਨਲ ਫਟੀਗ ਤੇ ਇਨਸੂਲਿਨ ਰੈਜ਼ਿਸਟੈਂਸ। ਇਹ ਦੋਨੋਂ ਆਪਸ 'ਚ ਜੁੜੇ ਹੋਏ ਨੇ, ਭੈਣ ਭਾਈ ਨੇ। ਇਨਸੂਲਿਨ ਰੈਜ਼ਿਸਟੈਂਸ ਤੇ ਕੰਮ ਕਰ ਦੋ, ਐਡਰੀਨਲ ਫਟੀਗ ਵੀ ਠੀਕ ਹੋ ਜਾਂਦੀ ਹੈ। ਫੈਟੀ ਲਿਵਰ, ਥਾਇਰਾਇਡ ਆਪਣੇ ਆਪ ਰਿਵਰਸ ਹੋਣ ਲੱਗਦਾ। ਮੈਨੂੰ ਕੋਈ ਦਾਵਾ ਨਹੀਂ ਕਰਨਾ ਪੈਂਦਾ, ਸਿਰਫ ਸਿਹਤ ਠੀਕ ਕਰਨ ਤੇ। ਉਹ ਸਿਹਤ ਖਰਾਬ ਕਿਉਂ ਹੋਈ? ਹਾਈ ਸ਼ੂਗਰ, ਹਾਈ ਕਾਰਬੋਹਾਈਡਰੇਟ ਵਾਲੀ ਡਾਈਟ ਖਾ ਕੇ, ਜਾਂ ਫਿਰ ਰਿਫਾਈਨਡ ਕਾਰਬੋਹਾਈਡਰੇਟ, ਉਹ ਵੀ ਤੇਲ 'ਚ ਫਰਾਈ ਕਰਕੇ ਖਾਏ ਹੋਏ, ਜਿਹੜੇ ਕਿ ਰੈਂਸਿਡ ਆਇਲ 'ਚ ਖਾਏ ਹੋਏ, ਉਹ ਤਾਂ ਬਿਲਕੁਲ ਹੀ ਕੰਮ ਕਰ ਦਿੰਦੇ ਆ। ਤਾਂ ਅਗਰ ਤੁਹਾਡਾ ਕੋਈ ਕੁਐਸਚਨ ਮੰਨਦਾ, ਮੈਂ ਦੁਬਾਰਾ ਚੀਜ਼ ਦੇ ਉੱਪਰ ਜਾ ਸਕਦਾ। ਬਹੁਤ ਸਿੰਪਲ ਜਿਹੇ ਟੈਸਟ ਨੇ, ਬਹੁਤ ਸਿੰਪਲ ਜਿਹਾ ਫਿਊਲ ਹੈ। ਆਪਾਂ ਨੇ ਆਪਣੀ ਬੋਡੀ ਦਾ ਫਿਊਲ ਗਲੂਕੋਸ ਤੋਂ ਫੈਟ ਫਿਊਲ ਚੇਂਜ ਕਰ ਦੇਣਾ, ਤੇ ਇਹ ਬਹੁਤ ਸਿੰਪਲ ਹੈ। ਬਸ ਧਿਆਨ ਰੱਖਿਓ, ਜੇ ਤੁਸੀਂ ਕੋਕੋਨਟ ਆਇਲ ਲਓਗੇ ਤਾਂ ਵਧੀਆ ਵਰਜਨ, ਸੌਰੀ ਕੋਲਡ ਪ੍ਰੈਸ, ਤੇ ਉਹ ਹੋਵੇ ਆਰਗੈਨਿਕ ਹੋਵੇ। ਆਪਣੇ ਕੋਲ ਵੀ ਹੈਗਾ, ਆਪਣੇ ਕੋਲ ਹੈਗਾ, ਹਾਂਜੀ, ਆਪਾਂ ਨੇ ਲਾਂਚ ਕਰਤਾ। ਉਹ ਤਾਂ ਅੱਗੇ ਇਸਨੇ ਆਰਡਰ ਕਰਨਾ ਹੈ। ਅੰਸ਼ੁਲ ਦਾ ਨੰਬਰ ਹੈਗਾ ਸਭ ਦੇ ਕੋਲ, ਮੈਨੂੰ ਪਤਾ ਹੈ। ਹਾਂਜੀ, ਅਗਰ ਅੰਸ਼ੁਲ ਨੂੰ ਤੁਸੀਂ ਆਰਡਰ ਕਰਨਾ, 85 40 90, ਆਹ ਬੱਲੇ ਬੱਲੇ, ਵਾਹ ਜੀ ਵਾਹ, ਤੁਹਾਨੂੰ ਖੁਸ਼ ਕੀਤਾ ਜੀ, ਖੁਸ਼ ਕੀਤਾ। ਤੁਹਾਨੂੰ ਯਾਦ ਹੋ ਗਿਆ। 9884 75000 ਤੁਹਾਡਾ ਨੰਬਰ ਹੈ, 8595 75 40 90 ਅੰਸ਼ੁਲ ਜੀ ਦਾ ਨੰਬਰ ਹੈ। ਅਗਰ ਮੈਨੂੰ ਕਿਸੇ ਨੇ ਕਾਲ ਨਹੀਂ ਕਰਨੀ ਜੀ, ਮੈਂ ਬਾਹਰ ਹਾਂ, ਮੈਂ ਇੰਡੀਆ 'ਚ ਨਹੀਂ ਹੈ, ਮੈਨੂੰ ਤੁਸੀਂ WhatsApp ਤੇ ਮੈਸੇਜ ਲਿਖ ਕੇ ਭੇਜ ਸਕਦੇ ਹੋ, ਤੁਸੀਂ ਕੋਚ ਬਣਨਾ ਚਾਹੁੰਦੇ ਹੋ। ਕੁਲਵੰਤ ਜੀ, ਜਿਵੇਂ ਮੈਂ ਕਿਹਾ, ਮੇਰਾ ਜ਼ੋਰ ਜਿਸ ਤੇ ਮੈਨੂੰ ਫਾਇਦਾ ਹੈ, ਕਿਉਂਕਿ ਸਾਡਾ ਫਿਊਚਰ ਦਾ ਇੱਕ ਪ੍ਰੋਜੈਕਟ ਹੈ, ਉਹ ਹੈ ਕੋਚ ਟ੍ਰੇਨਿੰਗ ਪ੍ਰੋਗਰਾਮ 'ਚ ਮੈਂ ਲੋਕਾਂ ਨੂੰ ਕੋਚ ਬਣਾ ਰਿਹਾ। ਮੈਨੂੰ ਸਰ ਤੁਸੀਂ ਮੰਨੋਗੇ ਨਹੀਂ ਕੁਲਵੰਤ ਜੀ, 4.5 ਸਾਲ ਹੋ ਗਏ, 60,000 ਲੋਕਾਂ ਤੇ ਐਕਸਪੈਰੀਮੈਂਟ ਕਰ ਲਓ, ਕਹਿ ਲਓ ਤੁਸੀਂ ਪ੍ਰੈਕਟਿਸ ਕਰਨੇ ਵਰਡ ਕਹਿੰਦੇ ਹੈ ਨਾ। ਮੈਨੇ ਕੁਝ ਲੱਭਿਆ, ਉਹ ਮੈਂ ਘੋਲ ਕੇ ਨਾ 3 ਮਹੀਨੇ ਦੇ ਕੋਰਸ 'ਚ ਪਾਤਾ, ਇੱਕ ਵੀਡੀਓ ਕੋਰਸ 'ਚ। ਉਹ ਬੰਦਾ ਆਪਣੇ ਟਾਈਮ 'ਚ, ਹੁਣ ਕੋਈ ਬੰਦਾ ਅਮਰੀਕਾ 'ਚ ਬੈਠਾ, ਕੋਈ ਇੰਗਲੈਂਡ 'ਚ, ਕੋਈ ਇਟਲੀ 'ਚ, ਕੋਈ ਕੈਨੇਡਾ 'ਚ, ਤੇ ਕੋਈ ਬੈਠਾ ਹੈ ਉਧਰ ਨਿਊਜ਼ੀਲੈਂਡ ਤੇ ਆਸਟ੍ਰੇਲੀਆ 'ਚ। ਉਹ ਵੀਡੀਓ ਆਪਣੇ ਟਾਈਮ 'ਚ ਦੇਖ ਕੇ ਉਹ ਕੋਚ ਕਰਿੰਗ ਪ੍ਰੋਗਰਾਮ ਕਰ ਸਕਦਾ। ਫਿਰ ਉਹਨਾਂ ਨੂੰ ਮੈਂ ਪ੍ਰੈਕਟਿਸ ਕਰਨ ਲਈ ਇੱਕ ਬੰਦਾ ਦਿੰਦਾ, ਮੈਂ ਨਾ ਹੱਥ ਫੜ ਕੇ ਸਿਖਾਉਂਦਾ ਕੋਚ ਨੂੰ ਕਿ ਇੱਕ ਅੱਛਾ ਵਿਵਸਾਏ, ਜਿਹਨੂੰ ਬਿਜ਼ਨਸ ਕਹਿੰਦੇ ਆ, ਸ਼ੁਰੂ ਕਰੇ। ਉਹਦੇ 'ਚ ਉਹਦਾ ਵੀ ਫਾਇਦਾ, ਕਲਾਇੰਟ ਦਾ ਵੀ ਫਾਇਦਾ। ਪੁੰਨ ਤੇ ਫਲੀਆਂ, ਮੈਂ ਹਮੇਸ਼ਾ ਵਰਡ ਯੂਜ਼ ਕਰਨਾ, ਪੁੰਨ ਤੇ ਫਲੀਆਂ। ਇਕੱਲੇ ਪੈਸੇ ਕਮਾਣੇ ਹੁੰਦੇ ਬਹੁਤ ਕੰਮ ਨੇ, ਅਸੀਂ ਤਾਂ ਸਮਾਈਲ ਤੇ ਸਿਹਤ ਨਾਲ ਪੈਸਾ ਕਮਾਣਾ, ਐਸ ਹੈ ਨਾ, ਸਮਾਈਲ ਤੇ ਸਿਹਤ। ਅਗਰ ਤੁਹਾਡੇ ਮੂੰਹ ਤੇ ਸਮਾਈਲ ਹੈ ਤੇ ਤੁਸੀਂ ਸੈਟਿਸਫਾਈਡ ਹੈ ਨਾ, ਸਿਹਤਮੰਦ ਹੋ ਗਏ, ਸਾਡਾ ਪੈਸੇ ਤਦ ਖਰੇ ਹੈ। ਮੈਨੂੰ ਤਾਂ ਤਦ ਪੈਸੇ ਕਮਾਉਣ ਦਾ ਮਜ਼ਾ ਹੈ। ਤਾਂ ਕੋਚ ਟ੍ਰੇਨਿੰਗ ਪ੍ਰੋਗਰਾਮ 'ਚ ਮੈਂ ਤੁਹਾਨੂੰ ਆਪ ਵੀ ਤੰਦਰੁਸਤ ਕਰਦਾ, ਕਿਉਂਕਿ ਤੁਹਾਨੂੰ ਆਪ ਨੂੰ ਡਾਈਟ ਪਤਾ ਹੋਣੀ ਚਾਹੀਦੀ ਹੈ। ਨਾਲ ਨਾਲ ਮੈਂ ਤੁਹਾਨੂੰ ਇਹ ਸਿਖਾਉਣਾ ਕਿ ਲੋਕਾਂ ਨੂੰ ਕੋਚ ਕਿਵੇਂ ਕਰਨਾ, ਇੱਕ ਨਵਾਂ ਬਿਜ਼ਨਸ ਕਿਵੇਂ ਬਣਾਉਣਾ। ਲੋਕੀ ਸਭ ਤੋਂ ਪਹਿਲਾਂ ਤਾਂ ਸਭ ਤੋਂ ਬੜਾ ਕੁਐਸਚਨ ਲੋਕਾਂ ਨੂੰ ਇਹ ਕੁਲਵੰਤ ਜੀ ਕਿ ਮੈਨੂੰ ਕਲਾਇੰਟ ਕਿੱਥੋਂ ਮਿਲੂਗਾ। ਮੈਂ ਕਿਹਾ ਚਿੰਤਾ ਨਾ ਕਰੋ, 4-5 ਸਾਲ 'ਚ ਮੈंने ਸਿੱਖਿਆ ਹੀ ਹੈ ਕਿ ਕਲਾਇੰਟ ਜ਼ੀਰੋ ਤੋਂ ਕਲਾਇੰਟ ਕਿਵੇਂ ਲਿਆਣਾ, ਫਿਰ ਕਲਾਇੰਟ ਤੋਂ ਕਲਾਇੰਟ ਕਿਵੇਂ ਲੈਣਾ, ਉਹ ਕਲਾਇੰਟ ਨੂੰ ਹੈਪੀ ਕਿਵੇਂ ਕਰਨਾ,
ਫਿਰ ਪੈਸੇ ਜਿਹੜੇ ਕਮਾਏ ਉਹਨੂੰ ਇਨਵੈਸਟ ਕਿਵੇਂ ਕਰਨਾ ਤਾਂ ਕਿ ਬਿਜ਼ਨਸ ਗਰੋ ਕਰੇ। ਕੁਲਵੰਤ ਜੀ ਦੇਖੋ, ਲੋਕੀ ਬਹੁਤ ਕੁਝ ਬਿਜ਼ਨਸ ਬਣਾਉਂਦੇ ਆ, ਕੋਈ ਬੱਤੇ ਵੇਚ ਰਿਹਾ ਹੈ, ਕੋਈ ਨਸ਼ਾ ਵੇਚ ਰਿਹਾ ਹੈ, ਉਹ ਵੀ ਬਿਜ਼ਨਸ ਵਧਾ ਰਹੇ। ਉਹ ਮੈਂ ਕਿਹਾ ਬਿਜ਼ਨਸ ਇਹੋ ਜਿਹਾ ਵਧਾਵਾਂਗੇ ਜਿਹੜਾ ਲੋਕਾਂ ਨੂੰ ਤੰਦਰੁਸਤੀ ਤੇ ਸਿਹਤ ਦਿੰਦਾ ਹੋਵੇ। ਤਾਂ ਮੇਰੇ ਕੋਲ ਜਿਹੜੀ 2 ਚੀਜ਼ਾਂ ਮੈਂ ਆਫਰ ਕਰਦਾ, ਪਹਿਲੀ ਚੀਜ਼ ਹੈ ਹੈਲਥ ਕੋਚ ਟ੍ਰੇਨਿੰਗ ਪ੍ਰੋਗਰਾਮ, ਜਿਸ ਤੁਸੀਂ ਕੋਚ ਬਣਦੇ ਹੋ ਮੇਰੇ ਨਿਗਰਾਨੀ 'ਚ 3 ਮਹੀਨੇ ਦੀ। ਉਸ ਤੋਂ ਬਾਅਦ 3 ਮਹੀਨੇ ਬਾਅਦ ਇਹ ਨਹੀਂ ਹੈ ਕਿ ਤੁਹਾਨੂੰ ਛੱਡ ਦਾਂਗੇ, ਤੁਹਾਡੀ ਮਰਜ਼ੀ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕੁਲਵੰਤ ਜੀ, ਅੱਗੇ ਫਿਊਚਰ 'ਚ ਇੱਕ ਪਲਾਨ ਹੈ, ਇਹ ਲੋਕਾਂ ਨੂੰ ਮਦਦ ਕਰਨੀ ਹੈ, ਫਿਊਚਰ 'ਚ ਆਪਣੇ ਨਾਲ ਜੋੜ ਲਾਂਗੇ ਅਗਰ ਸਾਡਾ ਕੰਮ ਜਿਵੇਂ ਚੱਲ ਰਿਹਾ ਹੈ। ਦੂਜਾ ਤਰੀਕਾ, ਕੁਝ ਲੋਕ ਕਹਿੰਦੇ ਨਹੀਂ ਜੀ ਨਹੀਂ ਕੋਚ ਨਹੀਂ ਬਣਨਾ, ਸਾਨੂੰ ਸਿਹਤਮੰਦ ਕਰ ਦਿਓ, ਮੇਰਾ ਲਿਵਰ ਫੈਟੀ ਹੈ, ਜਿਵੇਂ ਤੁਸੀਂ ਦੱਸਿਆ ਮੈਨੂੰ ਬ੍ਰੇਨ ਡੈਮੇਜ ਹੈ। ਉਹਨਾਂ ਨੂੰ ਮੈਂ ਕਹਿੰਦਾ ਠੀਕ ਹੈ ਜੀ, ਸਾਡੀ ਕੋਚਿੰਗ ਲੈ ਲਓ। ਕੋਚਿੰਗ 'ਚ ਅਸੀਂ ਇੱਕ ਬੰਦੇ ਦਾ ਕੇਸ ਲੈਂਦੇ ਹਾਂ 2 ਮਹੀਨੇ ਲਈ, ਅਸੀਂ ਉਹਦੀ 3 ਫੋਟੋ ਮੰਗਾਉਂਦੇ ਹਾਂ, ਉਹਨੂੰ ਫੋਨ ਤੇ ਉਹਦੀ ਇੰਟਰਵਿਊ ਲੈਂਦੇ ਹਾਂ, ਪੂਰਾ ਕੇਸ ਸਮਝਦੇ ਹਾਂ। ਫਿਰ ਉਹਨੂੰ ਖਾਣੇ ਪੀਣੇ ਦਾ ਪ੍ਰੋਗਰਾਮ ਬਣਾ ਕੇ ਦਿੰਦੇ, ਡਾਈਟ ਚੇਂਜ ਪ੍ਰੋਗਰਾਮ ਤੇ ਲਾਈਫ ਸਟਾਈਲ ਚੇਂਜ ਪ੍ਰੋਗਰਾਮ। ਉਹਦਾ ਖਾਸੀਅਤ ਹੈ ਪੂਰਾ ਘਰ ਦਾ ਖਾਣਾ, ਬਾਹਰੋਂ ਬੂਰੋਂ ਨਹੀਂ ਅਸੀਂ ਕੋਈ ਚੀਜ਼ ਖਾਣ ਨੂੰ ਕਹਿੰਦੇ। ਦੂਜਾ, ਅਸੀਂ ਡੇਲੀ ਉਹ ਬੰਦੇ ਨਾਲ ਗੱਲਬਾਤ ਕਰਦੇ ਹਾਂ, ਚਾਹੇ ਫੋਨ ਤੇ, ਚਾਹੇ WhatsApp ਤੇ, ਚਾਹੇ ਮੈਸੇਜ ਤੇ। ਉਹਦੇ 'ਚ ਨਿਗਰਾਨੀ ਹੁੰਦੀ ਹੈ, ਕਿਉਂਕਿ ਜਿਉਂ-ਜਿਉਂ ਬੰਦਾ ਡਾਈਟ ਚੇਂਜ ਕਰਦਾ ਉਹਦੇ ਸਰੀਰ 'ਚ ਕੁਝ ਤਬਦੀਲੀਆਂ ਆਉਂਦੀਆਂ। ਜਿਉਂ-ਜਿਉਂ ਤਬਦੀਲੀਆਂ ਆਉਂਦੀਆਂ ਅਸੀਂ ਉਹਨੂੰ ਦੱਸਦੇ ਹਾਂ। ਬੜੇ ਲੋਕੀ ਨਾ ਡਰ ਜਾਂਦੇ ਆ ਕਿ ਆਨਲਾਈਨ ਦਾ ਕੀ ਮਤਲਬ ਹੈ। ਮੈਂ ਕਿਹਾ ਆਨਲਾਈਨ ਦਾ ਮਤਲਬ ਹੈ ਆ ਕੇ ਨਹੀਂ ਮਿਲਣਾ, ਫੋਨ ਤੇ ਗੱਲ ਹੋ ਜਾਏਗੀ। ਉਹ ਆਨਲਾਈਨ ਤੋਂ ਡਰ ਜਾਂਦੇ, ਕਿਤੇ ਇੰਟਰਨੈਟ ਤੇ ਵੈਬਸਾਈਟ ਤੇ ਜਾਣਾ ਪੈਣਾ, ਇਹੋ ਜਿਹਾ ਕੁਝ ਨਹੀਂ ਕਰਨਾ ਪੈਣਾ। ਤੇ 2 ਪ੍ਰੋਗਰਾਮ ਨੇ ਮੇਰੇ ਕੋਲ, 3 ਕੋਚ ਮੇਰੇ ਅੰਡਰ ਕੰਮ ਕਰ ਰਹੇ ਨੇ, ਹੈਨਾ। 2 ਇੰਡੀਆ 'ਚ ਨੇ, 1 ਬਾਹਰ ਹੈ। ਤਾਂ ਅਸੀਂ ਸਾਰੀ ਟਾਈਮ ਜ਼ੋਨਸ 'ਚ ਕੋਚ ਕਰ ਸਕਦੇ ਹਾਂ। ਇਹ ਤਿੰਨਾਂ ਨੂੰ ਸੁਪਰਵਾਈਜ਼ ਮੈਂ ਕਰਦਾ। ਕੋਈ ਕਹਿੰਦੇ ਬਾਲ ਹੱਥ 'ਚੋਂ ਗਿਰ ਨਾ ਜਾਏ, ਜਿਹੜੀ ਗਿਰਨ ਵਾਲੀ ਹੋਏ ਮੈਂ ਫੜ ਲੈਂਦਾ। ਤਾਂ ਸਾਡਾ ਮਕਸਦ ਹੈ ਜੀ ਲੋਕਾਂ ਨੂੰ ਹੈਲਦੀ ਕਰਨਾ। ਪੁੰਨ ਤੇ ਫਲੀਆਂ, ਮੈਨੂੰ ਫਲੀਆਂ ਤਦ ਪਸੰਦ ਨੇ ਜਦੋਂ ਪੁੰਨ ਨਾਲ ਅਟੈਚ ਹੈ। ਤੁਸੀਂ ਖੁਸ਼, ਹੈਪੀ, ਸੈਟੀਸਫਾਈਡ ਹੋਣੇ ਚਾਹੀਦੇ ਹੋ, ਤਦ ਸਾਨੂੰ ਮਜ਼ਾ ਆਏਗਾ। ਜਿਹੜੇ ਲੋਕ ਸਾਡੇ ਨਾਲ ਜੁੜਨਾ ਚਾਹੁੰਦੇ ਨੇ, ਕੋਚ ਬਣਨਾ ਚਾਹੁੰਦੇ ਆ, ਉਹ ਮੈਨੂੰ 9888475000 9888475000 ਤੇ ਮੈਸੇਜ ਕਰ ਦਿਓ ਆਪਣਾ ਨਾਮ, ਕਿੱਥੋਂ ਦੀ ਤੁਸੀਂ ਬਿਲੋਂਗ ਕਰਦੇ ਹੋ ਤੇ ਕੋਚ। ਮੈਂ ਤੁਹਾਨੂੰ ਕਾਲ ਕਰਕੇ ਤੁਹਾਨੂੰ ਕੋਚ ਬਣਨ ਦਾ ਪੂਰਾ ਤਰੀਕਾ ਦੱਸੂਗਾ। ਜਿਹੜਾ ਬੰਦਾ ਤੰਦਰੁਸਤ ਹੋਣਾ ਚਾਹੁੰਦਾ ਹੈ, ਕੋਚਿੰਗ ਲੈਣਾ ਚਾਹੁੰਦਾ ਹੈ ਸਿਰਫ ਆਪਣੇ ਲਈ, ਉਹਨੂੰ ਕਹਿੰਦੇ ਕੱਲੀ ਕੋਚਿੰਗ, ਉਹ ਮੈਨੂੰ ਮੈਸੇਜ ਕਰਦੇ ਆਪਣਾ ਨਾਮ, ਕਿੱਥੋਂ ਦੀ ਕੋਚਿੰਗ ਲਿਖ ਕੇ, ਮੈਂ ਤੁਹਾਨੂੰ ਆਪਣੇ ਕੋਚ ਨਾਲ ਜੋੜ ਦੂੰਗਾ। ਉਹ ਤੁਹਾਨੂੰ ਤਰੀਕਾ ਸਮਝਾ ਦੇਣਗੇ ਕਿ ਤੁਹਾਨੂੰ ਤੰਦਰੁਸਤ ਕਿਵੇਂ ਕਰਨਾ। ਠੀਕ ਹੈ ਕੁਲਵੰਤ ਜੀ, ਮੈਂ ਕਿਹਾ ਮੋਟਾ-ਮੋਟਾ ਐਕਸਪਲੇਨ ਕਰ ਦਈਏ ਕਿਵੇਂ ਕੰਮ ਚੱਲਦਾ ਹੈ। ਜੀ। ਸੋ ਰਵਿੰਦਰ ਸਿੰਘ ਜੀ, ਤੁਸੀਂ ਇੱਕ ਅਜਿਹੀ ਜਾਣਕਾਰੀ ਦਿੱਤੀ ਹੈ ਜਿਹਦੇ 'ਚ ਕੰਪਲੀਟ, ਜਿਹੜਾ ਮੈਨੂੰ ਲੱਗਦਾ ਇਹ ਇੱਕ ਪੈਕੇਜ ਹੈਗਾ, ਤੇ ਇਸ ਸੰਬੰਧ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਕੁਐਰੀ ਬਾਕੀ ਬਚੀ ਹੋਏਗੀ। ਤੁਹਾਡਾ ਬਹੁਤ-ਬਹੁਤ ਧੰਨਵਾਦ। ਮੋਸਟ ਵੈਲਕਮ ਜੀ, ਥੈਂਕ ਯੂ। ਸ਼ੁਕਰੀਆ ਜੀ। ਸੋ ਇਹ ਸਨ ਰਵਿੰਦਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਬ੍ਰੇਨ ਫੌਗ, ਅਲਜ਼ਾਈਮਰ, ਡਿਮੈਂਸ਼ੀਆ, ਅੱਖਾਂ ਦੀਆਂ ਸਮੱਸਿਆਵਾਂ, ਹੈਂਗਓਵਰ ਤੇ ਹੋਰ ਬ੍ਰੇਨ ਦੇ ਨਾਲ ਸੰਬੰਧਿਤ ਭੁੱਲਣ ਵਾਲੀਆਂ ਜਿੰਨੀਆਂ ਵੀ ਹੈਗੀਆਂ ਨੇ ਸਮੱਸਿਆਵਾਂ। ਇਹਦੇ ਵਿੱਚ ਹੀ ਮਾਈਗ੍ਰੇਨ ਵੀ ਆ ਜਾਂਦਾ, ਇਹਦੇ 'ਚ ਡਿਪਰੈਸ਼ਨ ਵੀ ਆ ਜਾਏਗਾ, ਕਿਉਂਕਿ ਇਹ ਬ੍ਰੇਨ ਦੇ ਨਾਲ ਸੰਬੰਧਿਤ ਚੀਜ਼ਾਂ ਹੈਗੀਆਂ ਨੇ। ਤੇ ਇਹ ਕਿਉਂ ਹੁੰਦੀਆਂ, ਸਾਡਾ ਦਿਮਾਗ ਕਿੰਨੇ % ਡੈਮੇਜ ਕਿੱਦਾਂ ਹੋ ਜਾਂਦਾ ਹੈ, ਤੇ ਉਹ ਕਿੰਨੀ ਦੇਰ ਦੇ ਵਿੱਚ ਅਸੀਂ ਕਿੱਦਾਂ ਰਿਕਵਰ ਕਰ ਸਕਦੇ ਹਾਂ, ਅੱਜ ਇਹ ਜਾਣਕਾਰੀ ਤੁਹਾਡੇ ਸਾਹਮਣੇ ਖੁੱਲ੍ਹ ਕੇ ਰੱਖ ਦਿੱਤੀ ਗਈ ਹੈ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ, ਤੇ ਜੇ ਪਸੰਦ ਆਈ ਹੈ ਤੇ ਇਸ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਜਿੰਨੀ ਵੀਡੀਓ ਸ਼ੇਅਰ ਕਰੋਗੇ ਉਨਾ ਹੀ ਤੁਸੀਂ ਕਿਸੇ ਨਾ ਕਿਸੇ ਦੀ ਮਦਦ ਕਰ ਰਹੇ ਹੋਵੋਗੇ, ਕਿਸੇ ਨਾ ਕਿਸੇ ਤੱਕ ਇਹ ਜਾਣਕਾਰੀ ਪਹੁੰਚਾ ਰਹੇ ਹੋਵੋਗੇ। ਤੇ ਜੇਕਰ ਜਾਣਕਾਰੀ ਪਹੁੰਚਾਉਣ ਦੇ ਵਿੱਚ ਅਸੀਂ ਕਾਮਯਾਬ ਰਹਿੰਦੇ ਹਾਂ, ਤੇ ਕੋਈ ਇੱਕ ਬੰਦਾ ਵੀ ਇਹ ਜਾਣਕਾਰੀ ਲੈ ਕੇ ਆਪਣੀ ਜ਼ਿੰਦਗੀ ਸਵਾਰ ਲੈਂਦਾ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਜਾਂਦੇ-ਜਾਂਦੇ ਇਹ ਡਿਸਕਲੇਮਰ ਦੇ ਜਾਈਏ ਕਿ ਇਹ ਪ੍ਰੋਗਰਾਮ ਮੈਡੀਕਲ ਐਡਵਾਈਸ ਲਈ ਨਹੀਂ ਹੈ। ਇਹ ਪ੍ਰੋਗਰਾਮ ਸਿਰਫ ਤੇ ਸਿਰਫ ਜਾਣਕਾਰੀ ਲਈ ਹੈ, ਤੇ ਜੇ ਜਾਣਕਾਰੀ ਲੈ ਕੇ ਕਿਸੇ ਨੂੰ ਕੋਈ ਫਾਇਦਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਪ੍ਰੋਗਰਾਮ ਨੂੰ ਕਰਨ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ, ਸਾਡੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ, ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।